हाय एवरीवन मैथ ਦੀ 3rd ਕਲਾਸ 'ਚ ਤੁਹਾਡਾ ਸਵਾਗਤ ਹੈ। ਮੈਥ ਦੀ ਇਹ ਆਪਣੀ 3rd ਕਲਾਸ। ਇਸ ਤੋਂ ਪਹਿਲਾਂ 2 ਕਲਾਸਿਸ ਹੋ ਚੁੱਕੀਆਂ ਹਨ, ਫਸਟ ਔਰ ਸੈਕਿੰਡ। ਅਗਰ ਤੁਸੀਂ ਉਹ ਨਹੀਂ ਦੇਖਿਆ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ ਔਰ ਪਲੇਲਿਸਟ ਵੀ ਇਸ ਦੀ ਬਣ ਜਾਵੇਗੀ। ਪਲੇਲਿਸਟ ਵੀ ਦੇਖ ਸਕਦੇ ਹਾਂ, ਡਿਸਕ੍ਰਿਪਸ਼ਨ 'ਚ ਲਿੰਕ ਮਿਲ ਜਾਵੇਗਾ ਪਹਿਲਾਂ ਵਾਲੀਆਂ ਕਲਾਸਾਂ ਦਾ। ਅਤੇ ਇਸ ਤੋਂ ਇਲਾਵਾ ਆਪਾਂ ਕਰ ਰਹੇ ਸੀ ਜੋਗਰਾਫੀ ਟੋਪਿਕ ਜੀ। ਅੱਜ ਉਸ ਨੂੰ ਆਪਾਂ ਖ਼ਤਮ ਕਰ ਦੇਵਾਂਗੇ। ਜੋਗਰਾਫੀ ਟੋਪਿਕ ਜੋ ਫਸਟ ਟੋਪਿਕ ਹੈ ਕਾਫੀ ਲੈਂਥੀ ਸੀ। ਇਸ ਤੋਂ ਬਾਅਦ ਇੱਕ ਕਲਾਸਿਸ ਵਿੱਚ ਆਪਾਂ ਟੋਪਿਕ ਖ਼ਤਮ ਕਰ ਦਿਆ ਕਰਾਂਗੇ ਜੀ। ਹਾਂਜੀ, ਤਾਂ ਕਲਾਸ 3rd 'ਚ ਤੁਹਾਡਾ ਸਵਾਗਤ ਹੈ। ਅੱਜ ਕਲਾਸ 3rd ਕਰਨ ਜਾ ਰਹੇ ਹਾਂ ਆਪਾਂ। ਇਸ ਤੋਂ ਪਹਿਲਾਂ 2 ਕਲਾਸਾਂ ਜੋ ਹਨ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੱਸਿਆ ਹੈ, ਮਿਲ ਜਾਵੇਗਾ। ਤਾਂ ਕਲਾਸ 3rd ਦਾ ਵੀ ਅੱਜ ਆਪਣਾ ਟੋਪਿਕ ਕੀ ਹੈ? ਜਿਓਮੈਟਰੀ ਹੈ, ਜਿਸ ਨੂੰ ਅੱਜ ਆਪਾਂ ਖ਼ਤਮ ਕਰ ਦੇਵਾਂਗੇ ਜਿਓਮੈਟਰੀ ਨੂੰ। ਤਾਂ ਰੇਖਾ ਗਣਿਤ ਵਾਲਾ ਜੋ ਆਪਾਂ ਪਹਿਲੇ ਦਿਨ ਕੀਤਾ ਸੀ ਰੇਖਾ ਗਣਿਤ, ਔਰ ਉਸ ਤੋਂ ਬਾਅਦ ਸੈਕਿੰਡ ਦਿਨ ਆਪਾਂ ਜੋ ਕੀਤਾ ਸੀ ਕੋਣ ਵਾਲਾ। ਔਰ ਅੱਜ ਦੇ ਜੋ ਆਪਣੇ ਟੋਪਿਕ ਹਨ ਜੀ ਉਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਦੇ ਹਾਂ। ਉਸ ਤੋਂ ਪਹਿਲਾਂ ਜੋ ਕੱਲ੍ਹ ਵਾਲੇ ਟੋਪਿਕ ਸਨ ਕੋਣ ਵਾਲੇ, ਉਹਦੇ ਵਿੱਚੋਂ 4 ਕੁਐਸਚਨ ਤੁਹਾਡੇ ਰਿਵੀਜ਼ਨ ਲਈ ਰੱਖੇ ਹਨ। ਤਾਂ ਇਹ 4 ਕੁਐਸਚਨਾਂ ਦਾ ਤੁਸੀਂ ਆਨਸਰ ਦੇਣਾ ਹੈ। ਉਸ ਤੋਂ ਬਾਅਦ ਅੱਗੇ ਆਪਾਂ ਅੱਜ ਦਾ ਟੋਪਿਕ ਜੋ ਹੈ ਉਹ ਸ਼ੁਰੂ ਕਰਦੇ ਹਾਂ। ਬਸ ਜਲਦੀ ਕਰਦੇ ਹਾਂ ਜੀ। ਅਤੇ 4 ਕੁਐਸਚਨਾਂ ਦਾ ਆਨਸਰ ਤੁਸੀਂ ਦੇ ਦਿਓ। ਇਹ ਤੁਹਾਡੀ ਸਕਰੀਨ 'ਤੇ ਆ ਕੇ 4 ਕੁਐਸਚਨ ਇਹਨਾਂ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਦੇ ਦਿਓ। ਲਾਈਵ ਚੈਟ ਦਾ ਆਨਸਰ ਸ਼ਾਇਦ ਮੈਂ ਨਾ ਦੇ ਪਾਵਾਂ, ਤਾਂ ਇਸ ਲਈ ਜਦੋਂ ਤੁਸੀਂ ਕਲਾਸ ਖਤਮ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਨੀਚੇ ਕਮੈਂਟ ਕਰ ਦਿਓ 4 ਕੁਐਸਚਨਾਂ ਦਾ ਜੀ, ਉਸ ਦਾ ਆਨਸਰ ਜ਼ਰੂਰ ਤੁਹਾਨੂੰ ਮਿਲ ਜਾਵੇਗਾ। ਤਾਂ ਇਹ 4 ਕੁਐਸਚਨ ਜੋ ਆਪਣੀ ਕੱਲ੍ਹ ਵਾਲੀ ਕਲਾਸ ਦੇ ਸਨ, ਪਿਛਲੀ ਕਲਾਸ ਦੇ ਸਨ, ਤਾਂ ਉਹ ਤੁਸੀਂ ਦੇਖ ਲਓ। ਹਾਂਜੀ, ਫਸਟ ਕੁਐਸਚਨ ਜੋ ਆਪਾਂ ਪਿਛਲੀ ਕਲਾਸ ਵਿੱਚ ਕੀਤਾ ਸੀ, ਤਾਂ ਇਹਦੇ ਉਹੀ ਟੋਪਿਕ ਦਾ ਕੁਐਸਚਨ ਹੈ ਜੀ। ਕੁਐਸਚਨ ਨੰਬਰ 1 ਤੁਸੀਂ ਦੇਖੋਗੇ 107 ਦਾ ਕੋਣ, 107 ਦੇ ਕੋਣ ਨੂੰ ਕੀ ਕਹਿੰਦੇ ਹਨ? 107 ਦੇ ਕੋਣ ਨੂੰ ਕੀ ਕਹਿੰਦੇ ਹਨ? ਆਪਸ਼ਨ A ਹੈ ਤੁਹਾਡੇ ਕੋਲ ਨਿਊਨ ਕੋਣ, ਆਨਸਰ ਦੇਣਾ ਕਮੈਂਟ 'ਚ ਜੀ। B ਹੈ ਅਧਿਕ ਕੋਣ, C ਹੈ ਆਪਣੇ ਕੋਲ ਰਿਫਲੈਕਸ ਕੋਣ, ਔਰ D ਹੈ ਪੂਰਨ ਕੋਣ। ਤੇ ਜਿਨ੍ਹਾਂ ਨੇ ਕੱਲ੍ਹ ਵਾਲੀ ਕਲਾਸ ਦੇਖੀ ਉਹ ਜ਼ਰੂਰ ਇਸ ਦਾ ਆਨਸਰ ਦਿਓ। ਤੁਹਾਨੂੰ ਪਤਾ ਲੱਗ ਜਾਵੇਗਾ ਕੱਲ੍ਹ ਵਾਲੀ ਕਲਾਸ 'ਚ ਤੁਹਾਨੂੰ ਕਿੰਨਾ ਕੁਝ ਸਮਝ ਆ ਗਿਆ ਹੈ ਪਿਛਲੀ ਕਲਾਸ ਵਿੱਚ। ਔਰ ਕੁਐਸਚਨ ਨੰਬਰ 2 ਦੀ ਗੱਲ ਕਰੀਏ ਤਾਂ ਇਹ ਦੇਖੋ, ਇੱਕ ਡਾਇਗਰਾਮ ਆਪਣੇ ਕੋਲ ਦਿੱਤਾ ਹੋਇਆ ਹੈ। ਡਾਇਗਰਾਮ ਹੈ ਤਾਂ ਚਿੱਤਰ ਦੇ ਕੋਣ ਦਾ ਮਾਪ ਦੱਸੋ। ਇਹਦੇ ਵਿੱਚ ਇਹ ਕੋਣ ਹੈ, ਇਸ ਦਾ ਮਾਪ ਦੱਸਣਾ ਹੈ। ਤਾਂ ਦੱਸੋ ਇਸ ਕੋਣ ਦਾ ਨਾਮ ਕੀ ਹੈ? ਇਸ ਕੋਣ ਦਾ ਨਾਮ ਕੀ ਹੋਵੇਗਾ? ਤਾਂ ਫਸਟ ਆਪਸ਼ਨ ਆਪਣੇ ਕੋਲ ਨਿਊਨ ਕੋਣ 45 ਡਿਗਰੀ ਦਾ। ਅਗਰ ਇਹ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਲਿਖਣਾ ਸੈਕਿੰਡ ਦਾ ਆਪਸ਼ਨ A ਸਰ ਸਹੀ ਹੈ। B ਹੈ ਆਪਣੇ ਕੋਲ ਅਧਿਕ ਕੋਣ 135 ਡਿਗਰੀ ਦਾ। C ਹੈ ਆਪਣੇ ਕੋਲ ਪੂਰਨ ਕੋਣ 360 ਡਿਗਰੀ ਦਾ। ਔਰ D ਹੈ ਆਪਣੇ ਕੋਲ 60 ਡਿਗਰੀ ਦਾ ਨਿਊਨ ਕੋਣ। ਤਾਂ ਜੋ ਵੀ ਤੁਹਾਨੂੰ ਸਹੀ ਆਨਸਰ ਲੱਗਦਾ ਉਸ ਦਾ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਦੇਣਾ। ਲਾਈਵ ਚੈਟ 'ਚ ਵੀ ਦਿਓ, ਔਰ ਉਸ ਤੋਂ ਬਾਅਦ ਜਦੋਂ ਕਲਾਸ ਖਤਮ ਹੋ ਜਾਂਦੀ ਹੈ ਉਦੋਂ ਜ਼ਰੂਰ ਦਿਓ ਜੀ। ਉਸ ਦਾ ਰਿਪਲਾਈ ਮੈਂ ਦੇ ਦੇਵਾਂਗਾ ਜਦੋਂ ਕਲਾਸ ਖਤਮ ਹੁੰਦੀ ਹੈ। ਲਾਈਵ ਚੈਟ ਦਾ ਇੱਕ ਵਾਰੀ ਰਿਪਲਾਈ ਨਹੀਂ ਮੈਂ ਦੇ ਸਕਦਾ ਜੀ। ਤਾਂ ਗੱਲ ਕਰਦੇ ਹਾਂ ਅੱਗੇ ਹੋਰ ਅਗਲੇ 2 ਕੁਐਸਚਨਾਂ ਦੀ। ਤਾਂ ਉਸ ਤੋਂ ਬਾਅਦ ਆਪਣੀ ਕਲਾਸ ਸ਼ੁਰੂ ਕਰਦੇ ਹਾਂ। ਜਿਓਮੈਟਰੀ ਦੀ ਅੱਜ ਖਤਮ ਕਰ ਦੇਵਾਂਗੇ ਆਪਾਂ, ਜਿਓਮੈਟਰੀ ਲਾਸਟ ਕਲਾਸ ਹੀ ਹੈ। ਹਾਂਜੀ, ਤਾਂ ਕੁਐਸਚਨ ਨੰਬਰ 3 ਹੈ ਆਪਣੇ ਕੋਲ, ਸਮਕੋਣ ਕਿੰਨੇ ਡਿਗਰੀ ਦਾ ਹੁੰਦਾ ਹੈ? ਸਮਕੋਣ ਕਿੰਨੇ ਡਿਗਰੀ ਦਾ ਹੁੰਦਾ ਹੈ? A ਆਪਸ਼ਨ ਆਪਣੇ ਕੋਲ 45 ਡਿਗਰੀ, B ਹੈ 60 ਡਿਗਰੀ, C ਹੈ 180 ਡਿਗਰੀ, D ਹੈ 90 ਡਿਗਰੀ। ਤੇ ਜਵਾਬ ਮੈਨੂੰ ਕਮੈਂਟ ਬਾਕਸ 'ਚ ਮਿਲਣਾ ਚਾਹੀਦਾ ਇਸ ਕੁਐਸਚਨ ਦਾ ਜੀ। ਕੁਐਸਚਨ ਨੰਬਰ 4 ਹੈ ਆਪਣੇ ਕੋਲ, 30 ਡਿਗਰੀ ਦਾ ਸੰਪੂਰਕ ਕੋਣ ਕਿੰਨੇ ਦਾ ਹੋਵੇਗਾ? ਸੰਪੂਰਕ ਕੋਣ ਕਿੰਨਾ ਹੋਵੇਗਾ ਜੀ? 30 ਡਿਗਰੀ ਦੀ ਆਪਾਂ ਗੱਲ ਕਰਨੀ ਹੈ। ਇਸ ਦਾ ਸੰਪੂਰਕ ਕੋਣ ਪਤਾ ਕਰਨਾ। ਤਾਂ ਸੰਪੂਰਕ ਕੋਣ ਦਾ ਤੁਹਾਨੂੰ ਦੱਸਿਆ ਸੀ ਕੀ ਹੁੰਦਾ ਸੰਪੂਰਕ ਕੋਣ, ਪਿਛਲੀ ਕਲਾਸ 'ਚ ਆਪਾਂ ਕਰ ਚੁੱਕੇ ਹਾਂ। ਤਾਂ ਇਹਦੇ ਵਿੱਚ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ, A ਆਪਸ਼ਨ ਹੈ 50 ਡਿਗਰੀ, B ਹੈ 60 ਡਿਗਰੀ, C ਹੈ ਆਪਣੇ ਕੋਲ 150 ਡਿਗਰੀ, D ਹੈ 90 ਡਿਗਰੀ। ਤਾਂ ਆਨਸਰ ਮੈਨੂੰ ਕਮੈਂਟ ਬਾਕਸ 'ਚ ਇਸ ਦਾ ਵੀ ਚਾਹੀਦਾ ਜੀ। ਤਾਂ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਕਲਾਸ ਬਾਰੇ, ਜਿਓਮੈਟਰੀ ਦੀ। ਅੱਜ ਜਿਓਮੈਟਰੀ ਚੈਪਟਰ ਆਪਾਂ ਖਤਮ ਕਰ ਦੇਣਾ ਹੈ। ਤਾਂ ਅੱਜ ਕੀ ਕਰਨਾ ਹੈ ਉਸ ਬਾਰੇ ਗੱਲ ਕਰਦੇ ਹਾਂ ਜੀ। ਹਾਂਜੀ, ਤਾਂ ਅੱਜ ਦੀ ਕਲਾਸ ਵਿੱਚ ਆਪਣਾ ਟੋਪਿਕ ਹੈ, 3 ਤਰ੍ਹਾਂ ਦੇ ਟੋਪਿਕ ਹਨ। ਪਹਿਲਾ ਹੈ ਆਪਣਾ ਜੀ ਤਿਕੋਣ। ਤਿਕੋਣ ਹੈ ਪਹਿਲਾ ਟੋਪਿਕ ਆਪਣੇ ਕੋਲ। ਔਰ ਸੈਕਿੰਡ ਦੀ ਆਪਾਂ ਗੱਲ ਕਰੀਏ ਤਾਂ ਉਹ ਹੈ ਜੀ ਚਤੁਰਭੁਜ। ਚਤੁਰਭੁਜ। ਔਰ ਥਰਡ ਦੀ ਆਪਾਂ ਗੱਲ ਕਰੀਏ ਤਾਂ ਉਹ ਹੈ ਜੀ ਸਰਕਲ, ਚੱਕਰ। ਤਾਂ ਹਾਂਜੀ, ਆਪਣੇ ਕੋਲ ਜੋ ਟੋਪਿਕ ਹਨ ਅੱਜ ਦੇ, ਤਾਂ ਇਹਨਾਂ ਬਾਰੇ ਆਪਾਂ ਗੱਲ ਕਰਨੀ ਹੈ। ਪਹਿਲਾ ਹੈ ਟ੍ਰਾਇੰਗਲ, ਟ੍ਰਾਇੰਗਲ। ਔਰ ਸੈਕਿੰਡ ਹੈ ਆਪਣੇ ਕੋਲ ਕੁਆਡਰੀਲੇਟਰ। ਔਰ ਫਿਰ ਆਪਣੇ ਕੋਲ ਸਰਕਲ। ਤਾਂ ਇਹ ਆਪਣੇ ਕੋਲ ਟੋਪਿਕ ਹਨ ਅੱਜ ਦੇ। ਤਾਂ ਇਹ ਮੈਂ ਤੁਹਾਨੂੰ ਦੱਸ ਦਈਏ ਅੱਜ ਆਪਾਂ ਸਿਰਫ ਇਹਨਾਂ ਦੀਆਂ ਕਿਸਮਾਂ ਬਾਰੇ, ਟਾਈਪਸ ਬਾਰੇ ਹੀ ਗੱਲ ਕਰਨੀ ਹੈ। ਟਾਈਪਸ ਬਾਰੇ ਗੱਲ ਕਰਨੀ ਹੈ ਇਹਨਾਂ ਦੀ।
त्रिकोणस दी टाइप्स, चतुर्भुज दी टाइप्स और इस बारे गल करांगे। तो अगे इसके जो फार्मूले होंगे हैं जी, जो ओ वाले ओ चैप्टर बाद विच होना, सिलेबस विच भी लास्ट ईयर ते है, तो उदों ही आप उसकी डिस्कस करांगे। जो इन्हां दे फार्मूले होंगे हैं, आई दे वर्ग दे खेत्रफल, ओ एरिया और पैरीमीटर वॉल्यूम वाला जो चैप्टर है जी, पैरीमीटर और वॉल्यूम वाला चैप्टर, वो जो सिलेबस के अकॉर्डिंग ही कर रहे हैं, इसलिए आप इसनों बाद विच करांगे। अज बस आप समझना है कि त्रिकोण की हुंदा है और चतुर्भुज की हुंदा है, इन्हां दी टाइप्स की हुंदियां हैं, चक्कर की है, तो इन्हां बारे आप बेसिक अज समझना जी। बेसिक तो बाद फिर अगे जो अपना वो वाला टॉपिक आएगा तो उदों आप उन्हां बारे गल करांगे। तो इन्हां विचों भी क्वेश्चन पुट होंदे हैं, एक क्वेश्चन हरेक विचों बन सकता है, तो वो तुहानूं पीटीएट के लैवल ते है। अगर हार्ड लैवल होया तो हार्ड क्वेश्चन आउणगे, अगर आसान होया पिछली बार तरह तो फिर बिल्कुल ही आसान क्वेश्चन आउणगे जी। तो हुण आपां अगे गल करते हैं। सब तो पहलां आपां त्रिकोण शुरू करते हैं जी। हाँ जी, त्रिकोण की गल करते हैं। तो ये अपने कोल त्रिकोण है। त्रिकोण त्रिकोण का नाम क्यों पिया? एक तो इहदे विच ही तीन कोण हुंदे हैं, एक दो और तीन, तीन कोण है। और एक आप इसकी गल की सी लैन नूं आपां की कहने हैं, पिछले टॉपिक्स विच आपां गल कर चुके हैं, इसनूं आपां भुजा कहने हैं जी, भुजा कहने हैं इसनूं आपां। त्रिकोण की गल कर रहे हैं, एक तो इस विच तीन कोण हुंदे हैं जी, और इस दियां तीन ही भुजावां हुंदियां ने। ये तुसीं देख सकते हो, तीन भुजावां हुंदियां ने, इसलिए इसनूं त्रिकोण दा नाम दिता गया है। त्रिकोण का नाम क्यों दिता गया? तीन भुजावां हुंदियां हन, तीन कोण हुंदे ने। इस तरह भी क्वेश्चन आ सकता है भी त्रिकोण का नाम किवें पिया, तो इसलिए तीन भुजावां करके पिया। जां ये क्वेश्चन बन सकता जी, क्वेश्चन त्रिकोण दीयां भुजावां किन्नियां हुंदियां हन? त्रिकोण दीयां भुजावां दी गिनती दसो, भुजावां दी गिनती दसो। तो ऑप्शन अपने कोल ए ऑप्शन है 4, बी है 5, सी है अपने कोल 3 और डी है अपने कोल 6। तो जो भी ऑप्शन तुहानूं सही लगदी है आंसर दे दो। तो इहदा मैं दस ही देना तुहानूं आंसर जी। आंसर इसका बन रहा है 3, सी ऑप्शन ही बन रहा आंसर, क्योंकि तीन भुजावां है, इसलिए इसनूं त्रिकोण दी तीन भुजावां हुंदियां हन। तो हुण अगे आपां गल करदे हां त्रिकोणां दीयां टाइप्स दी। हाँ जी, एक होर थोड़ी जी गल अगे ही करते हैं, वैसे चल दसदा मैं इत्थे जी। त्रिकोण दे तिन्नां कोणां दा जोड़, ये क्वेश्चन इंपोर्टेंट है। त्रिकोण दे तिन्नां कोणां दा, ये देखो ए वाला जी, ए वाला, ए वाला, तिन्नां कोणां दा जोड़ किन्ना हुंदा है? 180 डिग्री हुंदा है। त्रिकोण दे तिन्नां कोणां दा जोड़ 180 डिग्री हुंदा है। इंपोर्टेंट पॉइंट है, याद रखना, तुसीं नोट कर लो कापियां ते, बुक्स ते नोट कर लो अपनी कापियां ते। त्रिकोण दे तिन्नां कोणां दा जोड़, तिन्नां कोणां दा जोड़ 180 डिग्री हुंदा जी, 180 डिग्री हुंदा। अगों जो आपां चतुर्भुज करांगे उहदे बारे भी करांगे, उसका जोड़ किन्ना हुंदा है, चक्कर दा किन्ने हुंदे हन, तो उहनां बारे अगे गल करांगे। तो ये देखो कोई भी इन्हां विच हो सकदा जी कोण, ये 45 डिग्री हो सकता है, ये 60 डिग्री, और बाकी किन्ना बच गया 60 और 45 105, 105 और बाकी अपने को 75 डिग्री का ये बच गया। एक बार वैसे अंदाजा लगा रहा, कोई मैं मिनक नहीं दसिया, वैसे दस रहा एक बार। तो कोई भी वड्डे छोटे हो सकते हैं, क्योंकि त्रिकोण कई तरह की होंदियां ने। त्रिकोण देखोगे इस तरह भी होंदियां हन, इस तरह की त्रिकोणां भी होंदियां हन, तो उस हिसाब नाल कोण बन जाते हैं जी। तो हुण आपां अगे गल करते हैं त्रिकोण बारे, बेसिक जी गल की, हुण त्रिकोण दी टाइप्स बारे गल कर रहे हैं। त्रिकोण बारे गल हो गई। हाँ जी, एक गल होर लास्ट बस त्रिकोण च एक गल होर है, वो है त्रिकोण दीयां जिहड़ियां भुजावां, दो भुजावां दा जोड़ तीजी भुजावां नालों वध ही होवेगा। तो इस बार इसनूं मैं 5 की भुजा मन लैना, तो 5 का जोड़ 10 हो गया और तीजी नालों वध। तो इस तरह ही अगर मैं इसनूं 4 और 5 मन ला, इसनूं 6 भी मन ला, तो 4 5 9 और इसका 6, तो दो भुजावां दा जोड़, कोई भी दो भुजावां इधर वालियां ले लो, इधर वालियां ले लो, तीजी भुजा तो वध ही होणगियां जी। तो ये आपां करदे हां इत्थे एक लाइन, ये भी इंपोर्टेंट तुसीं लिख लो, क्वेश्चन ये भी है त्रिकोण दियां कोई भी, त्रिकोण दियां कोई भी, ये भी जो कोई भी लै सकते आप जी। त्रिकोण दियां कोई भी दो भुजावां दा जोड़,
ਕੋਈ ਵੀ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਵੱਧ ਹੁੰਦਾ ਹੈ। ਤੀਸਰੀ ਭੁਜਾ ਤੋਂ ਵੱਧ ਹੁੰਦਾ ਜੀ। ਹਾਂਜੀ, ਤਿਕੋਣ ਦੀਆਂ ਕੋਈ ਵੀ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਵੱਧ ਹੁੰਦਾ ਹੈ। ਇਹ ਸੀ। ਹੁਣ ਆਪਾਂ ਤਿਕੋਣ ਦੇ 3 ਪੁਆਇੰਟ ਕਰ ਲਏ ਹਨ। ਹੁਣ ਆਪਾਂ ਬਸ ਟਾਈਪਸ ਕਰਨੀਆਂ ਤਿਕੋਣ ਦੀਆਂ, ਫਿਰ ਅੱਗੋਂ ਆਪਾਂ ਚਤੁਰਭੁਜ ਕੁਆਡਰੀਲੇਟਰ ਸ਼ੁਰੂ ਕਰਾਂਗੇ ਜੀ। ਟ੍ਰਾਇੰਗਲ ਆਪਾਂ ਕਰ ਰਹੇ ਹਾਂ। ਟ੍ਰਾਇੰਗਲ, ਹਾਂਜੀ ਟਾਈਪਸ ਆਫ ਟ੍ਰਾਇੰਗਲ ਦੀ ਗੱਲ ਕਰਦੇ ਹਾਂ, ਤਿਕੋਣਾਂ ਦੀ ਕਿਸਮਾਂ ਦੀ ਗੱਲ ਕਰਦੇ ਹਾਂ। ਤਾਂ 3 ਹਨ। ਫਸਟ ਦੀ ਗੱਲ ਕਰ ਰਹੇ ਹਾਂ ਆਪਾਂ ਪਹਿਲਾਂ ਵਿਖਮ ਭੁਜੀ ਤਿਕੋਣ। ਵਿਖਮ ਭੁਜੀ ਤਿਕੋਣ, ਇੰਗਲਿਸ਼ ਵਿੱਚ ਇਸ ਨੂੰ ਕਹਿੰਦੇ ਹਨ ਸਕੇਲਨੇ ਟ੍ਰਾਇੰਗਲ। ਸਕੇਲਨੇ ਟ੍ਰਾਇੰਗਲ ਜੀ। ਤਾਂ ਵਿਖਮ ਭੁਜੀ ਤਿਕੋਣ, ਤਾਂ ਇਸ ਦਾ ਨਾਮ ਵਿਖਮ ਭੁਜੀ ਤਿਕੋਣ ਕਾਹਤੋਂ ਹੈ, ਕਿਉਂ ਇਸ ਨੂੰ ਵਿਖਮ ਭੁਜੀ ਕਹਿੰਦੇ, ਡੈਫੀਨੇਸ਼ਨ ਕੀ ਹੈ, ਤਾਂ ਉਹ ਕਰਦੇ ਹਾਂ ਪਹਿਲਾਂ ਆਪਾਂ। ਤਾਂ ਇਸ ਦੀ ਜੋ ਤੁਹਾਨੂੰ ਪਤਾ ਤਿਕੋਣ ਦੀਆਂ 3 ਭੁਜਾਵਾਂ ਹੁੰਦੀਆਂ ਹਨ। ਤਾਂ ਇਸ ਦਾ ਆਨਸਰ ਹੈ ਇਸ ਦੀਆਂ ਤਿੰਨੇ ਭੁਜਾਵਾਂ ਅਲੱਗ-ਅਲੱਗ ਹੁੰਦੀਆਂ ਨੇ। ਤਿੰਨੇ ਭੁਜਾਵਾਂ ਦੀ ਲੰਬਾਈ ਲਿਖ ਲਓ ਜਾਂ ਕੁਝ ਵੀ ਲਿਖ ਲਓ, ਦੀ ਲੰਬਾਈ ਅਲੱਗ ਹੁੰਦੀ ਹੈ। ਤਿੰਨੇ ਭੁਜਾਵਾਂ ਦੀ ਲੰਬਾਈ ਅਲੱਗ ਹੁੰਦੀ ਹੈ ਜੀ। ਐਗਜ਼ਾਮਪਲ ਤੁਹਾਨੂੰ ਮੈਂ ਦੱਸਦਾ। ਇਸ ਦੀਆਂ ਤਿੰਨੇ ਭੁਜਾਵਾਂ ਦੀ ਲੰਬਾਈ ਅਲੱਗ ਹੁੰਦੀ ਹੈ, ਜਾਂ ਇਸ ਨੂੰ ਇਸ ਤਰ੍ਹਾਂ ਲਿਖ ਦਿੰਦੇ ਹਨ ਕਿ ਇਸ ਦੀਆਂ ਦੋ ਭੁਜਾਵਾਂ ਤੀਸਰੀ ਨਾਲੋਂ ਅਲੱਗ ਹੁੰਦੀਆਂ ਹਨ। ਦੋ ਭੁਜਾਵਾਂ ਜਿਹੜੀਆਂ ਹਨ ਤੀਸਰੀ ਨਾਲੋਂ ਅਲੱਗ ਹੁੰਦੀਆਂ ਹਨ। ਤਾਂ ਇਹਦੇ ਵਿੱਚ ਕੀ ਹੈ, ਕੋਈ ਵੀ ਦੋ ਭੁਜਾਵਾਂ ਬਰਾਬਰ ਨਹੀਂ ਹੁੰਦੀਆਂ। ਇਸ ਨੂੰ ਕਹਿ ਦਿੰਦੇ ਕੋਈ ਵੀ ਦੋ ਜਾਂ ਤਿੰਨ ਹੀ ਹੋ ਗਏ ਜੀ, ਕੋਈ ਵੀ ਭੁਜਾ ਬਰਾਬਰ ਨਹੀਂ ਹੁੰਦੀ। ਐਗਜ਼ਾਮਪਲ ਕਰਦੇ ਹਾਂ, ਐਗਜ਼ਾਮਪਲ ਤੋਂ ਤੁਹਾਨੂੰ ਜ਼ਿਆਦਾ ਸਮਝ ਆ ਜਾਵੇਗਾ। ਤਾਂ ਇਹ ਦੇਖੋਗੇ ਟ੍ਰਾਇੰਗਲ ਇੱਕ ਤੁਹਾਡੇ ਸਾਹਮਣੇ ਮੈਂ ਬਣਾ ਰਿਹਾ ਹਾਂ। ਹਾਂਜੀ, ਤਾਂ ਇਹ ਜੋ ਨੀਚੇ ਵਾਲਾ ਹੈ ਇਹ ਹੈ 5 ਸੈਂਟੀਮੀਟਰ ਔਰ ਇਹ ਹੈ 3 ਸੈਂਟੀਮੀਟਰ ਔਰ ਇਹ ਹੈ ਆਪਣੇ ਕੋਲ 4 ਸੈਂਟੀਮੀਟਰ। ਤਾਂ ਇਸ ਨੂੰ ਆਪਾਂ ਨਾਮ ਦੇ ਦਿੰਦੇ A, B ਔਰ C। ਹਾਂਜੀ, ਹੁਣ ਤੁਸੀਂ ਦੇਖੋਗੇ 3 ਭੁਜਾਵਾਂ ਹੁੰਦੀਆਂ ਹਨ ਤਿਕੋਣ ਦੀਆਂ, ਇਹ ਤਾਂ ਤੁਸੀਂ ਦੇਖ ਲਿਆ। ਤੇ ਇਸ ਦੀਆਂ ਤਿੰਨੇ ਭੁਜਾਵਾਂ ਦੀ ਲੰਬਾਈ ਅਲੱਗ-ਅਲੱਗ ਹੈ ਵਿਖਮ ਭੁਜੀ ਵਿੱਚ। ਤਾਂ ਇਹ ਦੇਖੋਗੇ ਤੁਸੀਂ 3 ਸੈਂਟੀਮੀਟਰ, 4 ਸੈਂਟੀਮੀਟਰ ਔਰ 5 ਸੈਂਟੀਮੀਟਰ, ਤਿੰਨਾਂ ਅਲੱਗ-ਅਲੱਗ, ਕੋਈ ਵੀ ਮਿਲਦੀ ਨਹੀਂ। ਅਗਰ ਇਹ 4-4 ਮਿਲਦੀ ਤਾਂ ਫਿਰ ਇਹ ਟਾਈਪ ਕੋਈ ਹੋਰ ਹੋਣੀ ਸੀ। ਅਗਰ ਜਾਂ ਫਿਰ ਇਹ 5-5 ਮਿਲ ਜਾਂਦੀ ਜਾਂ ਕੋਈ ਵੀ ਭੁਜਾ ਮਿਲਦੀ ਤਾਂ ਟਾਈਪ ਅਲੱਗ ਬਣ ਜਾਣੀ ਸੀ। ਹੁਣ ਕਿਹੜੀ ਹੈ ਵਿਖਮ ਭੁਜੀ। ਵਿਖਮ ਭੁਜੀ ਵਿੱਚ ਕੀ ਹੁੰਦਾ ਜੀ, ਇਸ ਦੀਆਂ ਤਿੰਨੇ ਭੁਜਾਵਾਂ ਦੀ ਲੰਬਾਈ ਜੋ ਹੈ ਅਲੱਗ ਹੁੰਦੀ ਹੈ। ਤਾਂ ਇਸ ਲਈ ਇਸ ਦਾ ਨਾਮ ਵਿਖਮ ਭੁਜੀ ਹੈ। ਇਹ ਇਸ ਦੀ ਐਗਜ਼ਾਮਪਲ ਤੁਸੀਂ ਦੇਖ ਲਈ ਬਣਾ ਕੇ, ਆਪਾਂ ਦੇਖ ਲਿਆ ਕਿ ਕੋਈ ਵੀ ਭੁਜਾ ਨਹੀਂ ਮਿਲਦੀ, ਇਹ ਵਿਖਮ ਭੁਜੀ ਤਿਕੋਣ 'ਚ ਆ ਗਿਆ। ਤਾਂ ਇਸ ਤਰ੍ਹਾਂ ਕੁਐਸਚਨ ਆ ਸਕਦਾ। ਇਹ ਇਸ ਤਰ੍ਹਾਂ ਆਪਣੇ ਕੋਲ ਡਾਇਗਰਾਮ ਚਿੱਤਰ ਬਣਿਆ ਹੋਵੇਗਾ ਤਾਂ ਲਿਖਿਆ ਹੋਵੇਗਾ ਜੀ ਇਹ ਤਿਕੋਣ ਦੀ ਕਿਸਮ ਦੱਸੋ। ਇਹ ਤਿਕੋਣ ਦੀ ਕਿਸਮ ਦੱਸੋ। ਤੁਹਾਡੇ ਕੋਲ ਥੱਲੇ ਆਪਸ਼ਨਾਂ ਹੋਣਗੀਆਂ ਜੀ। ਆਪਸ਼ਨ A ਹੈ ਆਪਣੇ ਕੋਲ ਸਮਦੋਭੁਜੀ। ਹਾਂਜੀ, ਆਪਸ਼ਨ B ਇੱਥੇ ਮੈਂ ਲਿਖ ਦਿੰਦਾ, ਦੋ ਹੀ ਆਪਸ਼ਨਾਂ ਵਿੱਚ ਖਤਮ ਕਰਦੇ ਹਾਂ ਇਸ ਨੂੰ, ਵਿਖਮ ਭੁਜੀ। ਤਾਂ ਵਿਖਮ ਭੁਜੀ ਇਸ ਦਾ ਆਨਸਰ ਹੈ, ਤੁਹਾਨੂੰ ਪਤਾ ਹੀ ਹੈ ਵਿਖਮ ਭੁਜੀ ਹੈ। ਇਹ ਤਿਕੋਣ ਦੀ ਕਿਸਮ ਵਿਖਮ ਭੁਜੀ ਹੈ। ਤਾਂ ਇਸ ਦਾ ਆਨਸਰ ਆਪਣੇ ਕੋਲ ਆ ਜਾਵੇਗਾ B ਆਪਸ਼ਨ। ਇਹ ਅੱਗੇ ਹੁਣ ਆਪਾਂ ਕਰਾਂਗੇ ਸਮਦੋਭੁਜੀ, ਤਾਂ ਫਿਰ ਤੁਹਾਨੂੰ ਇਸ ਦੀ ਵੀ ਸਮਝ ਆ ਜਾਵੇਗੀ ਸਮਦੋਭੁਜੀ ਕੀ ਹੈ ਔਰ ਉਸ ਤੋਂ ਅੱਗੇ ਸਮਭੁਜੀ ਕੀ ਹੈ। ਤਿੰਨ ਹੀ ਕਿਸਮਾਂ ਨਿਵਾਸੀ। ਹਾਂਜੀ, ਟਾਈਪਸ ਆਫ ਟ੍ਰਾਇੰਗਲ ਆਪਾਂ ਕਰ ਰਹੇ ਹਾਂ। ਤਾਂ ਇਹ 3 ਟਾਈਪਸ ਹਨ। ਪਹਿਲੀ ਟਾਈਪ ਆਪਾਂ ਹੁਣੇ ਕੀਤੀ ਹੈ, ਵਿਖਮ ਭੁਜੀ ਕੀਤੀ ਹੈ। ਹੁਣ ਆਪਾਂ ਸੈਕਿੰਡ ਕਰ ਰਹੇ ਹਾਂ ਸਮਦੋਭੁਜੀ ਔਰ ਉਸ ਤੋਂ ਬਾਅਦ ਆਪਾਂ ਥਰਡ ਕਰਾਂਗੇ ਸਮਭੁਜੀ। ਤਾਂ ਇੱਕ ਗੱਲ ਤੁਹਾਨੂੰ ਦੱਸਣੀ ਸੀ ਕਿ ਇਹ ਭੁਜਾ ਦੇ ਆਧਾਰ ਤੇ ਆਪਾਂ ਕਰ ਰਹੇ ਹਾਂ ਵਰਗੀਕਰਨ ਜਾਂ ਟਾਈਪਸ ਕਿਸਮਾਂ ਇਸ ਦੀਆਂ। ਔਰ ਇੱਕ ਹੋਰ ਕਿਸਮ ਹੈ ਉਹ ਕੋਣ ਦੇ ਆਧਾਰ ਤੇ, ਉਹ ਅੱਗੇ 3 ਹੋਰ ਹਨ, ਉਹ ਆਪਾਂ ਕਰਾਂਗੇ ਐਂਗਲਸ ਦੇ ਆਧਾਰ ਤੇ। ਤਾਂ 6 ਟੋਟਲ ਇਸ ਦੀ ਟਾਈਪਸ ਬਣ ਜਾਂਦੀਆਂ ਹਨ। ਤਾਂ ਭੁਜਾ ਦੇ ਆਧਾਰ ਤੇ ਤੁਹਾਨੂੰ ਇੱਥੋਂ ਪਤਾ ਲੱਗ ਜਾਏਗਾ ਭੁਜੀ ਭੁਜਾ ਦੇ ਆਧਾਰ ਤੇ ਹੋ ਰਿਹਾ ਔਰ ਕੋਣ ਵਾਲੇ 'ਚ ਕੋਣ ਲੱਗਿਆ ਹੋਵੇਗਾ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕੋਣ ਦੇ ਆਧਾਰ ਤੇ ਹੋ ਰਿਹਾ। ਇਸ ਵਿੱਚ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਤਾਂ ਹੁਣ ਆਪਾਂ ਪਹਿਲਾਂ ਸੈਕਿੰਡ ਕਰ ਲਈਏ ਸਮਦੋਭੁਜੀ। ਤਾਂ ਸਮਦੋਭੁਜੀ ਵਿੱਚ ਕੀ ਹੁੰਦਾ ਜੀ, ਸੈਕਿੰਡ ਆਪਾਂ ਕਰਦੇ ਹਾਂ ਸਮਦੋਭੁਜੀ ਤਿਕੋਣੀ। ਤਾਂ ਇਸ ਦੀ ਡੈਫੀਨੇਸ਼ਨ ਕੀ ਹੈ, ਜਿਸ ਤਿਕੋਣ ਦੀਆਂ
ਜਿਸ ਤਿਕੋਣ ਦੀਆਂ ਦੋ ਭੁਜਾਵਾਂ ਸੇਮ ਹੋਣ। ਹਾਂਜੀ, ਇਸ ਦਾ ਇੰਗਲਿਸ਼ ਨਾਮ ਤੁਹਾਨੂੰ ਮੈਂ ਦੱਸ ਦਿੰਦਾ ਇੰਗਲਿਸ਼ ਨਾਮ ਵਾਲਿਆਂ ਨੂੰ। ਜਿਸ ਤਿਕੋਣ, ਉਸ ਤੋਂ ਪਹਿਲਾਂ ਡੈਫੀਨੇਸ਼ਨ ਦੇਖ ਲਓ। ਜਿਸ ਤਿਕੋਣ ਦੀਆਂ ਦੋ ਭੁਜਾਵਾਂ ਜੋ ਹਨ ਬਰਾਬਰ ਹੋਣ ਸੇਮ ਹੋਣ। ਹਾਂਜੀ, ਸਮਦੋਭੁਜੀ ਵਿੱਚ ਕੀ ਹੈ, ਜਿਸ ਤਿਕੋਣ ਦੀਆਂ ਦੋ ਭੁਜਾਵਾਂ ਬਰਾਬਰ ਹੋਣ ਉਸ ਨੂੰ ਸਮਦੋਭੁਜੀ ਤਿਕੋਣ ਕਿਹਾ ਜਾਂਦਾ ਹੈ। ਹਾਂਜੀ, ਤਾਂ ਇਹ ਦੇਖੋਗੇ ਤੁਸੀਂ ਸਮਦੋਭੁਜੀ ਵਿੱਚ ਕੀ ਹੈ, ਜਿਸ ਤਿਕੋਣ ਦੀਆਂ ਦੋ ਭੁਜਾਵਾਂ ਬਰਾਬਰ ਹੋਣ ਉਸ ਨੂੰ ਸਮਦੋਭੁਜੀ ਤਿਕੋਣ ਕਿਹਾ ਜਾਂਦਾ ਹੈ। ਤਾਂ ਇਸ ਦੀ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ। ਹਾਂਜੀ, ਇਹ ਦੇਖੋਗੇ ਤੁਸੀਂ ਇੱਥੇ ਹਾਂਜੀ, ਤਾਂ ਇਹ ਦੇਖੋ ਆਪਾਂ ਇਹ ਬਣਾ ਲਈ ਹੈ, ਇਹ ਸਮਦੋਭੁਜੀ ਹੈ। ਇਹ ਦੇਖੋ 4 ਸੈਂਟੀਮੀਟਰ 4 ਸੈਂਟੀਮੀਟਰ, ਏ ਔਰ ਬੀ ਦੀ ਲੰਬਾਈ 4 ਸੈਂਟੀਮੀਟਰ ਹੈ, ਏ ਔਰ ਸੀ ਦੀ ਲੰਬਾਈ ਵੀ 4 ਸੈਂਟੀਮੀਟਰ ਹੈ। ਏ ਬੀ ਔਰ ਏ ਸੀ ਬਰਾਬਰ ਹਨ, ਏ ਬੀ ਔਰ ਏ ਸੀ ਬਰਾਬਰ ਹਨ। ਤਾਂ ਬੀ ਸੀ ਜੋ ਹੈ ਉਹ ਅਲੱਗ ਹੈ ਜੀ, ਬੀ ਸੀ ਅਲੱਗ ਹੈ। ਅਤੇ ਇਸ ਲਈ ਦੋ ਭੁਜਾਵਾਂ ਤਾਂ ਇਹਨਾਂ ਦੀਆਂ ਸੇਮ ਹਨ। ਦੋ ਭੁਜਾਵਾਂ ਜਦੋਂ ਸੇਮ ਹੋਣ, ਬਰਾਬਰ ਹੋਣ, ਉਸ ਨੂੰ ਆਪਾਂ ਨਾਂ ਦਿੰਦੇ ਹਾਂ ਸਮਦੋਭੁਜੀ। ਉਸ ਨੂੰ ਆਪਾਂ ਨਾਂ ਕੀ ਦਿੰਦੇ ਹਾਂ ਜੀ, ਸਮਦੋਭੁਜੀ ਕਿਹਾ ਜਾਂਦਾ ਹੈ ਇਸ ਨੂੰ। ਤੇ ਜਿੰਦੇ ਵਿੱਚ ਕੋਈ ਵੀ ਸੇਮ ਨਾ ਹੋਵੇ ਉਸ ਨੂੰ ਕਹਿੰਦਾ ਵਿਖਮਭੁਜੀ, ਜਿਸ ਵਿੱਚ ਦੋ ਹੋਣ ਉਸ ਨੂੰ ਸਮਭੁਜੀ, ਔਰ ਥਰਡ ਆਪਾਂ ਕਰਦੇ ਹਾਂ ਸਮਭੁਜੀ, ਇਸ ਨੂੰ ਸਮਦੋਭੁਜੀ ਜੀ। ਤਾਂ ਇਹਦਾ ਇੰਗਲਿਸ਼ ਨਾਮ ਲਿਖ ਲਓ ਤੁਸੀਂ, ਇੰਗਲਿਸ਼ ਵਾਲੇ ਜੋ ਇੰਗਲਿਸ਼ ਵਾਲੇ ਹਨ ਉਹ ਲਿਖ ਲਓ ਇੰਗਲਿਸ਼ ਨਾਮ। ਤਾਂ ਇਸ ਦਾ ਇੰਗਲਿਸ਼ ਨਾਮ ਹੈ ਜੀ ਆਈਸੋਸਕੇਲਸ ਟ੍ਰਾਇੰਗਲ, ਸਕੇਲਸ ਟ੍ਰਾਇੰਗਲ, ਈ ਹੈ ਜੀ ਟ੍ਰਾਇੰਗਲ। ਹਾਂਜੀ, ਤਾਂ ਹੁਣ ਆਪਾਂ ਅੱਗੇ ਕਰਦੇ ਹਾਂ ਲਾਸਟ ਟਾਈਪ ਆਪਣੀ ਸਮਭੁਜੀ। ਤਾਂ ਉਸ ਤੋਂ ਬਾਅਦ ਕੋਣਾਂ ਦੇ ਹਿਸਾਬ ਨਾਲ ਵੀ 3 ਟਾਈਪਸ ਕਰਨੀਆਂ ਹਨ, ਫਿਰ ਆਪਣਾ ਟ੍ਰਾਇੰਗਲ ਹੋ ਜਾਵੇਗਾ ਖਤਮ ਜੀ। ਹਾਂਜੀ, ਸਮਭੁਜੀ ਇੰਗਲਿਸ਼ ਵਿੱਚ ਇਹਨੂੰ ਕਹਿੰਦੇ ਹਨ ਇਕੁਆਲੇਟਰਲ ਟ੍ਰਾਇੰਗਲ। ਤਾਂ ਇਹਦੀ ਆਪਾਂ ਪਰਿਭਾਸ਼ਾ ਕਰਦੇ ਹਾਂ, ਡੈਫੀਨੇਸ਼ਨ ਕਰਦੇ ਹਾਂ। ਤਾਂ ਸਮ, ਇੱਕ ਗੱਲ ਤੁਸੀਂ ਯਾਦ ਰੱਖਣੀ, ਸਮ ਨੂੰ ਆਪਾਂ ਸੇਮ ਕਹਿ ਦਿੰਦੇ ਹਾਂ, ਸੇਮ। ਤਾਂ ਜਿੱਥੇ ਵੀ ਤੁਹਾਨੂੰ ਸੇਮ ਦਿਖ ਜੇ, ਸਮ ਦਿਖ ਜੇ, ਉਸ ਵਿੱਚ ਭੁਜਾਵਾਂ ਜੋ ਹਨ ਉਹ ਬਰਾਬਰ ਹੋਣਗੀਆਂ, ਸੇਮ ਹੋਣਗੀਆਂ ਜੀ। ਅੱਗੇ ਆਇਆ ਸੀ ਆਪਾਂ ਸੈਕਿੰਡ ਟਾਈਪ ਕੀਤੀ ਸੀ ਸਮਦੋਭੁਜੀ। ਸਮ ਦਾ ਮਤਲਬ ਸੇਮ, ਦੋ ਦਾ ਮਤਲਬ ਦੋ ਭੁਜਾਵਾਂ। ਤਾਂ ਪਹਿਲਾਂ ਸਮਦੋਭੁਜੀ ਵਿੱਚ ਦੋ ਭੁਜਾਵਾਂ ਸੇਮ ਸੀ, ਤਾਂ ਹੁਣ ਕੀ ਆ, ਇਹਦੇ ਵਿੱਚ 3 ਭੁਜਾਵਾਂ ਸੇਮ ਹੋਣਗੀਆਂ, ਤਿੰਨੇ ਦੇ ਤਿੰਨੇ ਸੇਮ ਹੋਣਗੀਆਂ। ਤਾਂ ਇਹ ਤਿੰਨੇ ਵੇਖੋ 5 ਸੈਂਟੀਮੀਟਰ ਦੀਆਂ, 5 ਸੈਂਟੀਮੀਟਰ 5 ਸੈਂਟੀਮੀਟਰ। ਤਾਂ ਇਸ ਨੂੰ ਆਪਾਂ ਨਾਮ ਦੇ ਦਿੰਦੇ ਹਾਂ ਏ ਬੀ ਔਰ ਸੀ। ਤਾਂ ਹੁਣ ਆਪਾਂ ਗੱਲ ਕਰਦੇ ਹਾਂ, ਏ ਬੀ ਕਿੰਨੀ ਹੈ 5 ਸੈਂਟੀਮੀਟਰ ਹੈ, ਬੀ ਸੀ ਕਿੰਨੀ ਹੈ 5 ਸੈਂਟੀਮੀਟਰ ਹੈ, ਔਰ ਸੀ ਏ ਕਿੰਨੀ ਹੈ 5 ਸੈਂਟੀਮੀਟਰ ਹੈ। ਤਾਂ ਆਪਾਂ ਸਾਰਿਆਂ ਦੀ ਗੱਲ ਕਰੀਏ ਤਾਂ ਸਾਰੇ ਬਰਾਬਰ ਹਨ, ਸੇਮ ਹਨ। ਤਾਂ ਇਸ ਦਾ ਨਾਮ ਕੀ ਹੈ, ਸਮਭੁਜੀ ਹੈ। ਹੁਣ ਇਹਦੀ ਪਰਿਭਾਸ਼ਾ ਤੁਸੀਂ ਲਿਖ ਲਓ, ਜਿਸ ਤਿਕੋਣ ਦੀਆਂ ਤਿੰਨੇ ਭੁਜਾਵਾਂ, ਜਿਸ ਤਿਕੋਣ ਦੀਆਂ ਤਿੰਨੇ ਭੁਜਾਵਾਂ ਬਰਾਬਰ ਹੋਣ, ਸੇਮ ਹੋਣ ਨੂੰ ਸਮਭੁਜੀ ਤਿਕੋਣ ਕਿਹਾ ਜਾਂਦਾ ਹੈ। ਹਾਂਜੀ, ਜਿਸ ਤਿਕੋਣ ਦੀਆਂ ਤਿੰਨੇ ਭੁਜਾਵਾਂ ਬਰਾਬਰ ਹੋਣ ਉਸ ਨੂੰ ਸਮਭੁਜੀ ਤਿਕੋਣ ਕਿਹਾ ਜਾਂਦਾ ਹੈ। ਤਾਂ ਐਗਜ਼ਾਮਪਲ ਤੁਸੀਂ ਦੇਖ ਲਈ, 5 ਸੈਂਟੀਮੀਟਰ ਬਰਾਬਰ ਹੈ, ਤਾਂ ਆਪਣੇ ਕੋਲੇ ਇਸ ਨੂੰ ਸਮਭੁਜੀ ਕਹਿੰਦਾ। ਤਿੰਨ ਆਪਾਂ ਜੋ ਇਹਦੀਆਂ ਟਾਈਪਸ ਸੀ ਉਹ ਕਵਰ ਕਰ ਲਈਆਂ ਹਨ। ਹੁਣ ਆਪਾਂ ਚੱਲਦੇ ਹਾਂ ਅਗਲੀ 3 ਟਾਈਪ ਵੱਲ। ਤਾਂ ਇਹ ਟਾਈਪਸ ਹਨ ਭੁਜਾਵਾਂ ਦੇ ਆਧਾਰ ਤੇ। ਇਹ ਦੇਖੋ, ਇਹ ਭੁਜਾ ਦੇ ਆਧਾਰ ਤੇ ਸੀ, ਹੁਣ ਆਪਾਂ ਐਂਗਲ ਦੇ ਆਧਾਰ ਤੇ ਕਰਨੀਆਂ ਹਨ। ਇਸ ਕੋਣ ਦੇ ਆਧਾਰ ਤੇ 3 ਜੋ ਹਨ ਉਹ ਕਰਦੇ ਹਾਂ। ਤਾਂ
हाँ जी, टाइप्स ऑफ ट्रायंगल्स पहला ਆਪਾਂ ਭੁਜਾਵਾਂ ਦੇ ਆਧਾਰ ਤੇ ਕੀਤਾ ਸੀ। ਹੁਣ ਆਪਾਂ ਕਰ ਰਹੇ ਹਾਂ ਐਂਗਲਸ ਦੇ ਆਧਾਰ ਤੇ। ਤਾਂ ਇਹਦੇ ਵਿੱਚ ਵੀ ਤਿੰਨ ਟਾਈਪਸ ਹਨ ਜੀ। ਪਹਿਲਾ ਹੈ ਨਿਊਨ ਤਿਕੋਣ, ਜਿਸ ਨੂੰ ਇੰਗਲਿਸ਼ ਵਿੱਚ ਕਹਿੰਦੇ ਹਨ ਅਕਿਊਟ ਟ੍ਰਾਇੰਗਲ। ਉਸ ਤੋਂ ਬਾਅਦ ਹੈ ਸਮਕੋਣੀ ਤਿਕੋਣ, ਜਿਸ ਨੂੰ ਇੰਗਲਿਸ਼ 'ਚ ਕਹਿੰਦੇ ਹਨ ਰਾਈਟ ਟ੍ਰਾਇੰਗਲ। ਔਰ ਥਰਡ ਹੈ ਜੀ, ਸੌਰੀ ਆਪਣੇ ਕੋਲ ਥਰਡ ਹੈ ਆਪਣੇ ਕੋਲ ਅਧਿਕ ਤਿਕੋਣ, ਜਿਸ ਨੂੰ ਇੰਗਲਿਸ਼ 'ਚ ਕਹਿੰਦੇ ਹਨ ਓਬਟਿਊਸ ਟ੍ਰਾਇੰਗਲ। ਤਾਂ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਤਿੰਨਾਂ ਬਾਰੇ, ਤਿੰਨਾਂ ਦੀ ਡੈਫੀਨੇਸ਼ਨ ਕਰਦੇ ਹਾਂ। ਤੇ ਇਹ ਤਿੰਨਾਂ ਦੀ ਡੈਫੀਨੇਸ਼ਨ ਖਤਮ ਹੋਣ ਤੋਂ ਬਾਅਦ ਆਪਾਂ ਕੁਐਸਚਨਸ ਕਰਾਂਗੇ ਜੋ ਤਿਕੋਣ ਵਿੱਚੋਂ ਕੁਐਸਚਨ ਬਣਦੇ ਹਨ। ਤਾਂ ਉਸ ਤੋਂ ਬਾਅਦ ਆਪਾਂ ਚੱਲਾਂਗੇ ਆਪਣੇ ਅਗਲੇ ਟੌਪਿਕ ਚਤੁਰਭੁਜ, ਜਿਸ ਨੂੰ ਇੰਗਲਿਸ਼ 'ਚ ਕੀ ਕਹਿੰਦੇ ਹਨ ਕੁਆਡਰੀਲੇਟਰਲ। ਹਾਂਜੀ, ਤਾਂ ਫਸਟ ਆਪਣੇ ਕੋਲ ਕੀ ਹੈ ਨਿਊਨ ਕੋਣ ਤਿਕੋਣ। ਤਾਂ ਨਿਊਨ ਕੋਣ ਤਿਕੋਣ ਜੀ, ਨਿਊਨ ਤਿਕੋਣ ਦੀ ਗੱਲ ਕਰੀਏ ਤਾਂ ਇਸ ਵਿੱਚ ਕੀ ਹੈ, ਇਸ ਵਿੱਚ ਹੈ ਆਪਣੇ ਕੋਲ ਜਿਸ ਤਿਕੋਣ ਦੇ ਤਿੰਨੇ ਕੋਣ ਨਿਊਨ ਕੋਣ ਹੋਣ। ਜਿਸ ਤਿਕੋਣ ਦੇ ਤਿੰਨੇ ਕੋਣ ਨਿਊਨ ਕੋਣ ਹੋਣ ਉਸ ਨੂੰ ਆਪਾਂ ਕਹਿੰਦੇ ਹਾਂ ਨਿਊਨ ਤਿਕੋਣ ਕਹਿੰਦੇ ਹਾਂ ਜੀ, ਨਿਊਨ ਤਿਕੋਣ ਕਹਿੰਦੇ ਹਾਂ। ਤਾਂ ਇਸ ਵਿੱਚ ਆਪਾਂ ਗੱਲ ਕਰ ਰਹੇ ਸੀ ਨਿਊਨ ਕੋਣ ਬਾਰੇ। ਤੁਹਾਨੂੰ ਆਪਾਂ ਪਿਛਲੀ ਕਲਾਸ ਵਿੱਚ ਕਰਾ ਚੁੱਕੇ ਹਾਂ। ਉਹ ਕੋਣ ਜੋ 90 ਡਿਗਰੀ ਤੋਂ ਘੱਟ ਹੋਵੇ ਤੇ 0 ਡਿਗਰੀ ਤੋਂ ਵੱਧ ਹੋਵੇ। 0 ਤੋਂ 90 ਡਿਗਰੀ ਦਾ ਕੋਣ ਕੀ ਹੁੰਦਾ ਹੈ, ਨਿਊਨ ਕੋਣ ਹੁੰਦਾ ਹੈ। ਤਾਂ ਹੁਣ ਆਪਾਂ ਇੱਕ ਟ੍ਰਾਇੰਗਲ ਬਣਾਉਣੇ ਆ ਇੱਥੇ ਜੀ। ਤਾਂ ਇਹ ਆਪਾਂ ਟ੍ਰਾਇੰਗਲ ਬਣਾਈ ਹੈ। ਤਾਂ ਇਸ ਦੇ ਜੋ ਕੋਣ ਹਨ ਇਹ 90 ਡਿਗਰੀ ਤੋਂ ਘੱਟ ਹੋਣੇ ਚਾਹੀਦੇ ਹਨ। ਤਾਂ ਇਹ 70 ਡਿਗਰੀ, 50 ਡਿਗਰੀ ਔਰ 60 ਡਿਗਰੀ। 70, 50 ਔਰ 60, ਇਸ ਨੂੰ ਮੈਂ ਨਾਂ ਦਿੱਤਾ ABC। ਤਾਂ ਇਹ ਦੇਖੋਗੇ ਤੁਸੀਂ, ਨਾ ਇਹ 90 ਡਿਗਰੀ ਤੋਂ ਵੱਧ ਹੈ, ਨਾ 50 90 ਡਿਗਰੀ ਤੋਂ ਵੱਧ ਹੈ, ਨਾ 60 90 ਡਿਗਰੀ ਤੋਂ ਵੱਧ ਹੈ। ਤਾਂ ਕੋਈ ਵੀ ਜਦੋਂ ਕੋਣ 90 ਡਿਗਰੀ ਤੋਂ ਵੱਧ ਨਹੀਂ ਤਾਂ ਇਹ ਕਿਹੜੀ ਤਿਕੋਣ ਹੋ ਗਈ ਆਪਣੇ ਕੋਲ, ਨਿਊਨ ਤਿਕੋਣ ਹੋ ਗਈ ਆਪਣੇ ਕੋਲ ਜੀ, ਇਹ ਨਿਊਨ ਤਿਕੋਣ ਹੋ ਗਈ। ਤਾਂ ਹੁਣ ਇਸ ਤੋਂ ਬਾਅਦ ਇੱਕ ਗੱਲ ਹੋਰ ਕਰਨੀ ਸੀ ਆਪਾਂ, ਇਹਨਾਂ ਦਾ ਜੋੜ ਦੇਖਦੇ ਹਾਂ। 70 ਔਰ 50, 120 ਔਰ 60, 120 ਔਰ 60 180, 180 ਡਿਗਰੀ ਆਪਣੇ ਕੋਲ ਇਸ ਦਾ ਜੋੜ ਆ ਗਿਆ। ਤਾਂ ਆਪਾਂ ਇੱਕ ਗੱਲ ਸ਼ੁਰੂ ਵਿੱਚ ਕੀਤੀ ਸੀ, ਤਿਕੋਣ ਦੇ ਤਿੰਨਾਂ ਕੋਣਾਂ ਦਾ ਜੋੜ, ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਮੇਨ ਗੱਲ ਇਹੀ ਹੈ ਤਿਕੋਣ ਵਿੱਚ, ਇਹ ਯਾਦ ਰੱਖ ਲੈਣੀ ਤੁਸੀਂ ਜੀ। ਇਹ ਤੁਹਾਨੂੰ ਸਿਰਫ PS ਟੈਟ ਵਿੱਚ ਹੀ ਮਦਦ ਨਹੀਂ ਕਰੇਗੀ, ਬਾਕੀ ਵੀ ਜੋ ਅਦਰ ਪੰਜਾਬ ਦੇ ਐਗਜ਼ਾਮ ਹਨ ਜਾਂ ਸੈਂਟਰਲ ਲੈਵਲ ਐਗਜ਼ਾਮ ਹਨ, ਮੈਥ ਸੇਮ ਹੀ ਹੁੰਦਾ ਜੀ। ਮੈਥ ਵਿੱਚ ਕੋਈ ਵੀ ਚੇਂਜ ਨਹੀਂ ਹੁੰਦਾ, ਸਿਲੇਬਸ ਸੇਮ ਹੁੰਦਾ ਹੈ। ਥੋੜ੍ਹਾ ਬਹੁਤ ਇੱਕ ਦੋ ਟੌਪਿਕਸ ਦੇ ਚੇਂਜ ਹੋ ਸਕਦੇ ਹਨ ਕਿ ਕਿਸੇ ਵਿੱਚ ਕੋਈ ਹੋਰ ਟੌਪਿਕ ਪੁੱਛ ਲੈਂਦੇ ਹਨ, ਕਿਸੇ ਵਿੱਚ ਕੋਈ ਹੋਰ, ਪਰ ਤੁਹਾਨੂੰ ਹਰੇਕ ਪੇਪਰ ਵਿੱਚ ਇਹ ਚੀਜ਼ ਕੰਮ ਆਵੇਗੀ। ਬੇਸਿਕ ਹੈ ਇਹ, ਅਗਰ ਤੁਹਾਨੂੰ ਇਹ ਸਮਝ ਆ ਗਈ ਤਾਂ ਤੁਸੀਂ ਹੋਰ ਵੀ ਐਗਜ਼ਾਮ ਕਲੀਅਰ ਕਰ ਸਕਦੇ ਹੋ ਜੀ। ਹਾਂਜੀ, ਸਮਕੋਣੀ ਤਿਕੋਣ। ਤਾਂ ਇਸ ਦੀ ਗੱਲ ਕਰੀਏ ਆਪਾਂ ਤਾਂ ਇਸ ਵਿੱਚ ਕੀ ਹੁੰਦਾ ਹੈ, ਆਪਾਂ ਕੋਣ ਵਾਲਾ ਟੌਪਿਕ ਕੀਤਾ ਜੀ, ਉਹੀ ਹੈ ਸਾਰਾ ਕੁਝ। ਨਿਊਨ ਕੋਣ ਕੀ ਸੀ, 0 ਤੋਂ 90 ਡਿਗਰੀ ਵਿੱਚ ਸੀ। ਤਾਂ ਸਮਕੋਣ ਦੀ ਆਪਾਂ ਗੱਲ ਕਰੀਏ, ਅਗਰ ਤੁਹਾਨੂੰ ਯਾਦ ਹੋਵੇ ਆਪਾਂ ਪ੍ਰੀਵੀਅਸ ਕਲਾਸਾਂ ਵਿੱਚ ਕਰ ਚੁੱਕੇ ਹਾਂ, ਸਮਕੋਣ ਕਿੰਨੇ ਦਾ ਹੁੰਦਾ, 90 ਡਿਗਰੀ ਦਾ। ਤਾਂ ਇਹ ਕੀ ਹੁੰਦਾ, ਹੁਣ ਸਮਕੋਣੀ ਤਿਕੋਣ ਦੀ ਗੱਲ ਕੀਤੀ ਹੈ ਤਾਂ ਇਸ ਦਾ ਇੱਕ ਕੋਣ 90 ਡਿਗਰੀ ਦਾ ਹੋਵੇਗਾ, ਇਸ ਦਾ ਇੱਕ ਕੋਣ 90 ਡਿਗਰੀ ਦਾ ਹੋਵੇਗਾ। ਹਾਂਜੀ, ਨਿਊਨ ਕੋਣ ਵਿੱਚ ਆਪਾਂ ਗੱਲ ਕੀਤੀ ਸੀ ਕਿ ਤਿੰਨੇ ਕੋਣ ਨਿਊਨ ਹੁੰਦੇ ਹਨ। ਹੁਣ ਤੁਸੀਂ ਇਹਦੇ ਵਿੱਚ ਇੱਕ ਅਗਰ ਸੋਚੋਗੇ ਤਾਂ ਤੁਸੀਂ ਕਹੋਗੇ ਤਿੰਨੇ ਕੋਣ ਕਿਉਂ ਨਹੀਂ 90 ਡਿਗਰੀ ਦੇ ਹੁੰਦੇ। ਤਾਂ ਆਪਾਂ ਹੁਣੇ ਗੱਲ ਕੀਤੀ ਹੈ ਕਿ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ, 180 ਡਿਗਰੀ। ਅਗਰ ਤਿੰਨੇ ਕੋਣ 90 ਡਿਗਰੀ ਦੇ ਹੋਣਗੇ ਤਾਂ ਇਹਨਾਂ ਦਾ ਜੋੜ ਕਿੰਨਾ ਹੋਵੇਗਾ, 270 ਡਿਗਰੀ, ਜੋ ਕਿ ਗਲਤ ਹੈ, ਬਿਲਕੁਲ ਗਲਤ ਹੈ, ਇਹ ਕਨਸੈਪਟ ਹੀ ਨਹੀਂ ਹੈ। ਤਾਂ ਇਸ ਲਈ ਤਿੰਨੇ ਕੋਣ 90 ਡਿਗਰੀ ਦੇ ਨਹੀਂ ਹੋ ਸਕਦੇ, ਇੱਕ ਕੋਣ ਹੋ ਸਕਦਾ ਹੈ, ਇੱਕ ਕੋਣ ਹੋ ਸਕਦਾ ਜੀ। ਤਾਂ ਹੁਣ ਆਪਾਂ ਇਹਦੀ ਡੈਫੀਨੇਸ਼ਨ ਦੀ ਗੱਲ ਕਰੀਏ, ਜਿਸ ਤਿਕੋਣ ਦਾ ਇੱਕ ਕੋਣ ਸਮਕੋਣ ਹੋਵੇ ਉਸ ਨੂੰ ਕੀ ਕਹਿੰਦੇ ਹਨ, ਸਮਕੋਣੀ ਤਿਕੋਣ ਕਹਿੰਦੇ ਹਨ। ਇੰਗਲਿਸ਼ ਵਿੱਚ ਇਸ ਨੂੰ ਕਹਿੰਦੇ ਹਨ ਰਾਈਟ ਟ੍ਰਾਇੰਗਲ, ਰਾਈਟ ਟ੍ਰਾਇੰਗਲ। ਜਿਸ ਤਿਕੋਣ ਦਾ ਇੱਕ ਕੋਣ 90 ਡਿਗਰੀ ਦਾ ਹੋਵੇ, 90 ਡਿਗਰੀ ਦਾ ਹੋਵੇ, ਉਸ ਨੂੰ ਸਮਕੋਣੀ ਤਿਕੋਣ ਕਹਿੰਦੇ ਹਨ। ਹਾਂਜੀ, ਜਿਸ ਤਿਕੋਣ ਦਾ ਇੱਕ ਕੋਣ 90 ਡਿਗਰੀ ਦਾ ਹੋਵੇ ਉਸ ਨੂੰ ਸਮਕੋਣੀ ਤਿਕੋਣ ਕਹਿੰਦੇ ਹਨ।
ਤਾਂ ਇਹ ਆਪਾਂ ਇੱਕ ਦੇ ਬਣਾ ਕੇ ਦੇਖ ਲੈਂਦੇ ਹਾਂ। ਤਿਕੋਣ 90 ਡਿਗਰੀ ਦਾ ਕੋਣ ਕਿਸ ਤਰ੍ਹਾਂ ਬਣਦਾ, ਇਸ ਤਰ੍ਹਾਂ। ਇਹ 90 ਡਿਗਰੀ ਦਾ ਕੋਣ ਹੈ, ਤਾਂ ਇਹ 3 ਭੁਜਾਵਾਂ ਵਾਲੀ ਇੱਕ ਬਣ ਗਈ ਤਿਕੋਣ। ਤੇ ਇਸ ਨੂੰ ਆਪਾਂ A, B ਔਰ C ਦਾ ਨਾਮ ਦੇ ਸਕਦੇ ਹਾਂ। A B C ਤੁਸੀਂ ਕਿੱਥੋਂ ਮਰਜ਼ੀ ਸ਼ੁਰੂ ਕਰ ਸਕਦੇ ਹੋ। ਮੇਰੀ ਆਦਤ ਮੈਂ ਕਦੋਂ ਕਿੱਥੋਂ ਸ਼ੁਰੂ ਕਰ ਦਿੰਦਾ ਹੀ, ਕਦੋਂ ਕਿੱਥੋਂ, ਕੋਈ ਤੁਹਾਡਾ ਚੱਕਰ ਹੀ ਆ, ਆਪਦੀ ਮਰਜ਼ੀ ਨਾਲ ਹੀ ਨਾਂ ਦੇਣਾ ਹੁੰਦਾ। A B C X Y Z ਕੋਈ ਵੀ ਨਾਮ ਦੇ ਸਕਦੇ ਹੋ, ਇਹ ਤਾਂ ਆਪਾਂ ਵੈਸੇ ਹੀ ਲਿਖਣਾ ਹੁੰਦਾ। ਜਿਸ ਤਿਕੋਣ ਦਾ ਇੱਕ ਕੋਣ 90 ਡਿਗਰੀ ਦਾ ਹੋਵੇ। ਮੇਨ ਗੱਲ ਕੀ ਹੈ, ਜਿਸ ਤਿਕੋਣ ਦਾ ਇੱਕ ਕੋਣ 90 ਡਿਗਰੀ ਦਾ ਹੋਵੇ ਉਸ ਨੂੰ ਆਪਾਂ ਸਮਕੋਣੀ ਤਿਕੋਣ ਕਹਿੰਦੇ ਆ। ਇਹ ਗੱਲ ਯਾਦ ਰੱਖਣੀ ਹੀ, ਕੱਲ ਨੂੰ ਤੁਹਾਨੂੰ ਪੁੱਛ ਲੈਣ ਸਮਕੋਣੀ ਤਿਕੋਣ ਕੀ ਹੁੰਦੀ ਹੈ, ਤਾਂ ਥੱਲੇ ਲਿਖਿਆ ਹੋਵੇਗਾ ਜਿਸ ਦਾ ਇੱਕ ਕੋਣ 90 ਡਿਗਰੀ ਦਾ ਹੁੰਦਾ ਹੈ। ਸੈਕਿੰਡ ਆਪਸ਼ਨ ਹੋਵੇਗੀ ਜਿਸ ਦਾ ਇੱਕ ਕੋਣ 180 ਡਿਗਰੀ ਦਾ ਹੁੰਦਾ ਹੈ। ਥਰਡ ਆਪਸ਼ਨ ਹੋਵੇਗੀ ਜਿਸ ਦਾ ਇੱਕ ਕੋਣ 60 ਡਿਗਰੀ ਦਾ ਹੁੰਦਾ ਹੈ। ਫੋਰਥ ਆਪਸ਼ਨ ਹੋਵੇਗੀ ਜਿਸ ਦਾ ਇੱਕ ਕੋਣ 120 ਡਿਗਰੀ ਦਾ ਹੁੰਦਾ ਹੈ। ਤਾਂ ਜੋ ਵੀ ਤੁਹਾਨੂੰ ਸਹੀ ਲੱਗਦਾ ਉਸ ਦਾ ਆਨਸਰ ਦੇਣਾ। ਮੇਨ ਆਪਾਂ ਪੇਪਰਾਂ 'ਚ ਕੋਈ ਵੀ ਹੈ ਜੀ, ਪੇਪਰਾਂ 'ਚ ਫੇਲ ਕਿਉਂ ਹੁੰਦਾ, ਉਹ ਥੋੜ੍ਹਾ ਬਹੁਤ ਜਾਂ ਮੇਨ ਗੱਲ ਹੀ ਯਾਦ ਰੱਖਦਾ, ਤਾਂ ਬਰੀਕੀ ਵਾਲੀ ਗੱਲ ਵੀ ਯਾਦ ਰੱਖਣੀ। ਅਗਰ ਪੇਪਰ ਹਾਰਡ ਹੁੰਦਾ ਤਾਂ ਵੀ ਤੁਹਾਨੂੰ ਕੋਈ ਚੱਕਰ ਵਾਲੀ ਗੱਲ ਨਹੀਂ। ਪੂਰੀ ਕਨਸੈਪਟ ਅਗਰ ਤੁਹਾਨੂੰ ਕਲੀਅਰ ਹੋਵੇਗਾ, ਤੁਹਾਨੂੰ ਡਰਨ ਦੀ ਲੋੜ ਹੀ ਨਹੀਂ। ਤੁਸੀਂ ਇਹ ਕਨਸੈਪਟ ਕਲੀਅਰ ਗੱਲ ਹੀ ਹੈ। ਕਈ ਹੁੰਦੇ ਹਨ ਜੋ ਸਿੱਧਾ ਰੱਟਾ ਲਾਉਂਦੇ ਹਨ, ਬਾਅਦ ਵਿੱਚ ਕਨਸੈਪਟ ਉਹਨਾਂ ਨੂੰ ਕਲੀਅਰ ਨਹੀਂ ਹੁੰਦੇ, ਤਾਂ ਫਿਰ ਉੱਥੇ ਜਾ ਕੇ ਹੋ ਜਾਂਦੇ ਹਨ ਫੇਲ ਤਾਂ ਨਹੀਂ ਮੈਂ ਕਹਿ ਸਕਦਾ, ਇੱਕ ਵਾਰੀ ਉਹ ਰਿਜੈਕਟ ਹੋ ਜਾਂਦੇ ਹਨ, ਜਾਂ ਫਿਰ ਲਾ ਲਓ ਫੇਲ ਕੋਈ ਵੀ ਬੰਦਾ ਨਹੀਂ ਹੁੰਦਾ, ਅਗਲੇ ਅਟੈਂਪਟ ਵਿੱਚ ਪਾਸ ਹੋ ਜਾਂਦਾ। ਪਰ ਇਹ ਤੁਸੀਂ ਵੇਖੋਗੇ ਕਿ ਇੱਕ ਵਾਰ ਅਗਰ ਆਪਾਂ PES ਟੈਟ 'ਚੋਂ ਪਿੱਛੇ ਰਹਿ ਜਾਂਦੇ ਨਹੀਂ, ਪਿੱਛੇ ਰਹਿ ਗਏ ਤਾਂ ਆਪਾਂ ਨੂੰ ਬਹੁਤ ਇਸ ਦਾ ਫਰਕ ਪੈਂਦਾ। ਕੱਲ੍ਹ ਨੂੰ ਕੋਈ ਪੋਸਟਾਂ ਅੱਗੇ ਪਿੱਛੇ ਹੋਣ ਨਾਲ, ਜਾਂ PES ਟੈਟ ਬਾਅਦ ਵਿੱਚ ਕਦੋਂ ਹੋਵੇਗਾ ਉਹਦੇ ਬਾਰੇ ਬਣਿਆ ਰਹਿੰਦਾ ਜੀ। ਹਾਂਜੀ, ਲਾਸਟ ਆਪਣੀ ਤਿਕੋਣ ਦੀ ਗੱਲ ਅੱਜ, ਅਧਿਕ ਕੋਣ ਤਿਕੋਣ, ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਕੀ ਕਹਿ ਦਿੰਦੇ ਹਾਂ, ਓਬਟਿਊਸ ਕੋਣ। ਓਬਟਿਊਸ ਕੋਣ ਕਹਿ ਦਿੰਦੇ ਹਾਂ, ਓਬਟਿਊਸ ਟ੍ਰਾਇੰਗਲ ਕਹਿ ਦਿੰਦੇ ਹਾਂ, ਸੌਰੀ, ਓਬਟਿਊਸ ਟ੍ਰਾਇੰਗਲ। ਤਾਂ ਅਧਿਕ ਕੋਣ ਤਿਕੋਣ, ਇਸ ਵਿੱਚ ਕੀ ਹੁੰਦਾ ਜੀ ਅਧਿਕ ਕੋਣ ਦੀ ਆਪਾਂ ਗੱਲ ਕੀਤੀ ਸੀ ਜੋ 90 ਡਿਗਰੀ ਤੋਂ ਵੱਧ ਹੋਵੇ, 90 ਡਿਗਰੀ ਤੋਂ ਵੱਧ ਹੋਵੇ ਤੇ 180 ਡਿਗਰੀ ਤੋਂ ਘੱਟ ਹੋਵੇ, ਇਹ ਹੁੰਦਾ ਸੀ ਅਧਿਕ ਕੋਣ। ਪ੍ਰੀਵੀਅਸ ਕਲਾਸਾਂ 'ਚ ਆਪਾਂ ਕਰ ਚੁੱਕੇ ਹਾਂ, ਤਾਂ ਜਿਨ੍ਹਾਂ ਨੇ ਕਲਾਸਾਂ ਧਿਆਨ ਵਿੱਚ ਰੱਖੀਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਵੇਗਾ। 90 ਡਿਗਰੀ ਤੋਂ ਵੱਧ ਹੋਵੇ ਤੇ 180 ਡਿਗਰੀ ਤੋਂ ਘੱਟ ਹੋਵੇ। ਤਾਂ ਇਸ ਤਰ੍ਹਾਂ ਹੀ ਅਧਿਕ ਕੋਣ ਤਿਕੋਣ ਵਿੱਚ ਕੀ ਹੋਵੇਗਾ, ਜਿਸ ਦਾ ਇੱਕ ਕੋਣ 90 ਡਿਗਰੀ ਤੋਂ ਵੱਧ ਹੋਵੇ। ਜਿਸ ਤਿਕੋਣ ਦੀ ਗੱਲ ਕਰ ਰਹੇ ਹਾਂ ਆਪਾਂ, ਟ੍ਰਾਇੰਗਲ ਦੀ, ਜਿਸ ਤਿਕੋਣ ਦਾ ਇੱਕ ਕੋਣ 90 ਡਿਗਰੀ ਤੋਂ ਵੱਧ ਹੋਵੇ ਉਸ ਨੂੰ ਅਧਿਕ ਕੋਣ ਤਿਕੋਣ ਕਹਿੰਦੇ ਹਨ। ਹਾਂਜੀ, ਜਿਸ ਤਿਕੋਣ ਦਾ ਇੱਕ ਕੋਣ 90 ਡਿਗਰੀ ਤੋਂ ਵੱਧ ਹੋਵੇ ਉਸ ਨੂੰ ਅਧਿਕ ਕੋਣ ਤਿਕੋਣ ਕਹਿੰਦੇ ਹਾਂ। ਤਾਂ ਇਹਦੇ ਵਿੱਚ ਹੁਣ ਆਪਾਂ ਇੱਕ ਬਣਾ ਦਿੰਦੇ ਹਾਂ ਤਿਕੋਣ। ਇਹ ਕੋਣ ਕਿੰਨੇ ਦਾ ਬਣ ਗਿਆ, 135 ਡਿਗਰੀ ਦਾ। ਔਰ ਇਹ ਆਪਣੇ ਕੋਲ ਬਣ ਗਈ ਤਿਕੋਣੀ। ਤਾਂ ਹਾਂਜੀ, ਇਹ ਤੁਸੀਂ ਦੇਖ ਸਕਦੇ ਹੋ। ਬਾਕੀ ਕੋਣ ਜੋ ਹਨ ਉਹ ਛੋਟੇ ਹੋਣਗੇ, ਬਿਲਕੁਲ ਛੋਟੇ ਹੋਣਗੇ, ਕਿਉਂਕਿ 55 ਡਿਗਰੀ ਦਾ ਜੋੜ ਹੋਵੇਗਾ ਬਾਕੀ ਕੋਣਾਂ ਦਾ। ਇਹ 30 ਲਾ ਲਓ, ਇਹ 25 ਲਾ ਲਓ, ਤੇ ਇਸ ਤਰ੍ਹਾਂ ਇਹ ਕੋਣ ਹੋਣਗੇ, ਕਿਉਂਕਿ ਤਿਕੋਣ ਦਾ ਜੋੜ ਕਿੰਨਾ ਹੁੰਦਾ ਹੈ, 180 ਡਿਗਰੀ। ਮੇਨ ਗੱਲ ਕੀ ਹੈ, ਤਿਕੋਣ ਦਾ ਜੋੜ ਹੁੰਦਾ ਹੈ 180 ਡਿਗਰੀ। ਹੁਣ ਅੱਗੇ ਕੁਐਸਚਨ ਆਪਾਂ ਕਰਾਂਗੇ ਤਾਂ ਉਹਦੇ ਵਿੱਚ ਇਹੀ ਗੱਲ ਆਪਾਂ ਨੂੰ ਯਾਦ ਰੱਖਣੀ ਜ਼ਰੂਰੀ ਹੈ, ਤਾਂ ਹੀ ਉਹ ਕੁਐਸਚਨ ਸੋਲਵ ਹੋਣਗੇ। ਤਾਂ ਹੁਣ ਅੱਗੇ ਆਪਾਂ ਕੁਐਸਚਨ ਕਰਦੇ ਹਾਂ ਤਿਕੋਣ ਦੇ, ਤਾਂ ਫਿਰ ਆਪਾਂ ਅਗਲੇ ਵੱਲ ਵੱਧਦੇ ਹਾਂ, ਚਤੁਰਭੁਜ ਵੱਲ। ਹਾਂਜੀ, ਤਾਂ ਆਪਣੇ ਕੋਲ ਕੁਐਸਚਨ ਪਹਿਲਾ ਹੈ, ਤਿਕੋਣ ਦੀਆਂ ਭੁਜਾਵਾਂ ਕਿੰਨੀਆਂ ਹੁੰਦੀਆਂ ਹਨ। ਤਿਕੋਣ ਦੀਆਂ ਭੁਜਾਵਾਂ ਕਿੰਨੀਆਂ ਹੁੰਦੀਆਂ ਹਨ। ਆਪਸ਼ਨ A ਹੈ 5, B ਹੈ 7, C ਹੈ 2, D ਹੈ 3। ਆਨਸਰ ਕਰੋ ਜੀ। ਤਾਂ ਇਸ ਦਾ ਆਨਸਰ ਤੁਸੀਂ ਦੇਖੋਗੇ, ਤਿਕੋਣ ਦੀਆਂ ਭੁਜਾਵਾਂ ਹੁੰਦੀਆਂ ਹਨ 3। ਇੱਥੋਂ ਹੀ ਪਤਾ ਲੱਗ ਰਿਹਾ ਤਿਕੋਣ ਮਤਲਬ 3 ਜੀ। ਤਾਂ ਆਪਸ਼ਨ ਨੰਬਰ D ਆਪਣਾ ਹੋ ਜਾਵੇਗਾ ਸਹੀ। D ਜਿਨ੍ਹਾਂ ਦਾ ਸਹੀ ਹੈ ਉਹਨਾਂ ਨੂੰ ਵਧਾਈਆਂ। ਕੁਐਸਚਨ ਨੰਬਰ 2 ਦੀ ਗੱਲ ਕਰੀਏ ਆਪਾਂ, ਤਿਕੋਣ ਦੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ। ਤਿਕੋਣ ਦੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ, ਹੁਣ ਇਹ ਆਪਾਂ ਕੀਤਾ। ਆਪਸ਼ਨ A ਹੈ 90 ਡਿਗਰੀ, B ਹੈ 180 ਡਿਗਰੀ, C ਹੈ 270 ਡਿਗਰੀ, D ਹੈ 360 ਡਿਗਰੀ। ਤਾਂ ਕਿੰਨਾ ਹੈ ਜੋੜ, 180 ਡਿਗਰੀ। B ਆਪਸ਼ਨ ਰਾਈਟ ਆਨਸਰ ਹੈ। ਜਿਨ੍ਹਾਂ ਦਾ ਸਹੀ ਹੈ ਉਹਨਾਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ। ਤਾਂ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਹੋਰ 2-3 ਕੁਐਸਚਨਾਂ ਦੀ। ਹਾਂਜੀ, ਤਾਂ ਕੁਐਸਚਨ ਨੰਬਰ 3 ਵਿੱਚ ਕੀ ਹੈ, ਚਿੱਤਰ ਵਿੱਚ x ਦਾ ਮੁੱਲ ਪਤਾ ਕਰਨਾ ਹੈ।
ਤਾਂ ਇਹ ਆਪਣੇ ਕੋਲ A ਕੋਣ ਦਾ ਹੈ 80 ਡਿਗਰੀ, C ਦਾ ਹੈ 30 ਡਿਗਰੀ ਔਰ B ਦਾ ਹੈ X, ਜਿਸ ਨੂੰ ਆਪਾਂ ਪਤਾ ਕਰਨਾ ਹੈ। ਤਾਂ ਇਸ ਨੂੰ ਪਤਾ ਕਰਨ ਲਈ ਕੀ ਕਰਨਾ ਸੀ, ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਤਿਕੋਣ ਦੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਜੀ 180 ਡਿਗਰੀ। 180 ਡਿਗਰੀ ਹੁੰਦਾ, ਇਹਨਾਂ ਤਿੰਨਾਂ ਦਾ ਆਪਾਂ ਜੋੜ ਕਰ ਲਵਾਂਗੇ ਔਰ ਇਸ ਦੇ ਬਰਾਬਰ ਰੱਖ ਲਵਾਂਗੇ। ਆਪਸ਼ਨ A ਹਨ, A ਹੈ 60 ਡਿਗਰੀ, B ਹੈ 80 ਡਿਗਰੀ, C ਹੈ 70 ਡਿਗਰੀ, D ਹੈ 90 ਡਿਗਰੀ। ਤਾਂ ਤੁਹਾਨੂੰ ਜੋ ਵੀ ਸਹੀ ਲੱਗ ਰਿਹਾ ਹੈ ਠੀਕ ਹੈ, ਵੈਸੇ ਤਾਂ ਸਿੱਧਾ ਹੀ ਜੋੜ ਕੇ ਕੱਢ ਸਕਦੇ ਹਾਂ, ਪਰ ਮੈਂ ਤੁਹਾਨੂੰ ਪੂਰਾ ਕਰਕੇ ਦਿਖਾਉਣਾ ਜੀ। 80 ਔਰ 30 ਕਿੰਨਾ ਹੋ ਗਿਆ 110, 110 ਔਰ ਜੋੜ ਹੁੰਦਾ ਹੈ 180, 180 ਵਿੱਚੋਂ 110 ਘਟਾ ਦਿੱਤਾ, ਕਿੰਨਾ ਰਹਿ ਗਿਆ 70 ਡਿਗਰੀ। ਤਾਂ ਆਪਸ਼ਨ C ਆਪਣੇ ਕੋਲ ਰਾਈਟ ਆਨਸਰ ਹੈ। ਤਾਂ ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹਨਾਂ ਨੂੰ ਮੈਂ ਦੱਸ ਦਿੰਦਾ, ਤਿੰਨਾਂ ਦਾ ਜੋੜ ਹੁੰਦਾ ਹੈ 180 ਡਿਗਰੀ, ਬਰਾਬਰ ਆਪਾਂ ਰੱਖ ਲਿਆ 180 ਡਿਗਰੀ ਔਰ ਤਿੰਨਾਂ ਦਾ ਜੋੜ ਬਰਾਬਰ ਹੁੰਦਾ ਹੈ, ਇਸ ਲਈ ਤਿੰਨਾਂ ਨੂੰ ਜੋੜ ਦਿੱਤਾ। ਇੱਕ ਤਾਂ X ਹੈ, ਦੂਜਾ ਹੈ ਆਪਣੇ ਕੋਲ 80 ਡਿਗਰੀ ਔਰ ਤੀਜਾ ਹੈ ਆਪਣੇ ਕੋਲ 30 ਡਿਗਰੀ। ਤਾਂ X ਤਾਂ ਜੋੜ ਨਹੀਂ ਸਕਦੇ, ਇਸ ਲਈ ਆਪਾਂ 30 ਔਰ 80 ਜੋੜ ਲਿਆ, 110 ਬਣ ਗਿਆ ਔਰ ਪਲੱਸ ਵਿੱਚ X ਉਵੇਂ ਹੀ ਆਪਣੇ ਕੋਲ ਬਰਾਬਰ ਆਪਾਂ 180 ਰੱਖ ਲਿਆ। ਹੁਣ X ਇੱਧਰ ਹੀ ਹੈ, ਇਹ ਵਾਲੀ ਰਕਮ ਪਲੱਸ ਵਾਲੀ ਉੱਧਰ ਜਾ ਕੇ ਕੀ ਹੋ ਜਾਣੀ ਹੈ ਆਪਣੇ ਕੋਲ ਮਾਈਨਸ। ਤਾਂ 180 ਡਿਗਰੀ ਮਾਈਨਸ 110 ਡਿਗਰੀ, ਤਾਂ ਆਨਸਰ ਆਪਣੇ ਕੋਲ ਆ ਗਿਆ 70 ਡਿਗਰੀ, ਜੋ ਕਿ ਆਪਸ਼ਨ ਹੈ C। ਤਾਂ C ਵਾਲਿਆਂ ਦਾ ਆਨਸਰ ਹੋ ਗਿਆ ਬਿਲਕੁਲ ਸਹੀ ਜੀ। ਤਾਂ ਕੁਐਸਚਨ ਨੰਬਰ 4 ਦੀ ਗੱਲ ਕਰੀਏ, ਤਿਕੋਣ XYZ, ਇਹ ਤਿਕੋਣ XYZ ਹੈ, ਵਿੱਚ X ਦੀ ਸਨਮੁਖ ਭੁਜਾ ਕੀ ਹੈ। X ਆ ਰਿਹਾ, ਇਸ ਦੀ ਸਨਮੁਖ ਭੁਜਾ ਪਤਾ ਕਰਨੀ ਹੈ। ਹਾਂਜੀ, ਤਾਂ ਆਪਸ਼ਨ ਆਪਣੇ ਕੋਲ ਨੇ A ਹੈ XY, B ਹੈ ਆਪਣੇ ਕੋਲ YZ, C ਹੈ XZ ਔਰ D ਹੈ ਕੋਈ ਵੀ ਨਹੀਂ। ਤਾਂ ਹੁਣ ਇਹਦੇ ਵਿੱਚ ਦੇਖੋਗੇ ਤੁਸੀਂ, X ਇੱਥੇ ਹੈ, ਸਨਮੁਖ ਦਾ ਮਤਲਬ ਹੁੰਦਾ ਸਾਹਮਣੇ, ਤਾਂ X ਦੇ ਸਾਹਮਣੇ ਕਿਹੜੀ ਭੁਜਾ ਹੈ YZ ਵਾਲੀ। ਤਾਂ ਆਨਸਰ ਆਪਣੇ ਕੋਲ ਹੋ ਜਾਏਗਾ YZ, ਜੋ ਕਿ ਹੈ B ਆਪਸ਼ਨ। ਇਸੇ ਤਰ੍ਹਾਂ ਹੀ ਜੇ ਪੁੱਛ ਲੈਂਦੇ Y ਦੀ ਭੁਜਾ ਕਿਹੜੀ ਹੈ, ਤਾਂ Y ਦੇ ਸਾਹਮਣੇ ਵਾਲੀ ਭੁਜਾ ਹੋ ਜਾਣੀ ਸੀ XZ, ਤਾਂ ਆਨਸਰ ਆ ਜਾਣਾ ਸੀ ਆਪਣੇ ਕੋਲ XZ। ਅਗਰ ਪੁੱਛ ਲੈਂਦੇ Z ਦੀ, ਤਾਂ Z ਦੀ ਸਾਹਮਣੇ ਵਾਲੀ ਭੁਜਾ ਹੋ ਜਾਣੀ ਸੀ ਆਪਣੇ ਕੋਲ XY। ਸਨਮੁਖ ਦਾ ਮਤਲਬ ਹੁੰਦਾ ਸਾਹਮਣੇ ਵਾਲੀ, ਤਾਂ ਉਸ ਦਾ ਆਨਸਰ ਆ ਜਾਣਾ ਸੀ XY। ਤਾਂ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਆਪਣੇ ਚਤੁਰਭੁਜ ਟੌਪਿਕ ਬਾਰੇ। ਚਤੁਰਭੁਜ ਟੌਪਿਕ ਥੋੜਾ ਲੌਂਗ ਹੈ ਜੀ, ਇਸ ਲਈ ਆਪਾਂ ਸਿੱਧਾ ਚੱਕਰ ਦੇ ਇੱਕ ਵਾਰੀ ਚੱਲਦੇ ਹਾਂ। ਚੱਕਰ ਵਾਲਾ ਟੌਪਿਕ ਬਿਲਕੁਲ ਛੋਟਾ ਜਿਹਾ ਹੈ, ਤਾਂ ਚੱਕਰ ਕਰ ਲਈਏ ਪਹਿਲਾਂ। ਹਾਂਜੀ, ਚੱਕਰ ਦੀ ਗੱਲ ਕਰਦੇ ਹਾਂ। ਚੱਕਰ, ਜਿਸ ਨੂੰ ਇੰਗਲਿਸ਼ ਵਿੱਚ ਆਪਾਂ ਕਹਿੰਦੇ ਹਾਂ ਟਾਈਪਸ, ਟਾਈਪਸ ਕਹਿ ਰਹੇ ਹਾਂ ਜੀ, ਸਰਕਲ, ਇੰਗਲਿਸ਼ 'ਚ ਇਸ ਨੂੰ ਆਪਾਂ ਕਹਿੰਦੇ ਹਾਂ ਸਰਕਲ। ਤਾਂ ਚੱਕਰ, ਇਹ ਆਪਣੇ ਕੋਲ ਇੱਕ ਚੱਕਰ ਹੈ ਜੀ, ਦੇਖੋ ਇਹਦੇ ਵਿੱਚ ਕੀ ਹੈ। ਚੱਕਰ ਦਾ ਇੱਕ ਤਾਂ ਮੇਨ ਗੱਲ ਹੀ 360 ਡਿਗਰੀ ਦਾ ਹੁੰਦਾ ਹੈ, ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ 360 ਡਿਗਰੀ ਦਾ ਹੁੰਦਾ ਹੈ। ਇਸ ਨੂੰ ਤੁਸੀਂ ਕ੍ਰਿਕਟ ਦਾ ਮੈਦਾਨ ਮੰਨ ਸਕਦੇ ਹੋ, ਜਾਂ ਫਿਰ ਕੋਈ ਚੂੜੀ ਕੜਾ ਮੰਨ ਸਕਦੇ ਹੋ, ਲੜਕੀਆਂ ਲਈ ਕੋਈ ਕੜਾ ਚੂੜੀ ਤੋਂ ਯਾਦ ਰੱਖ ਸਕਦਾ। ਤਾਂ ਮੁੰਡਿਆਂ ਲਈ ਮੈਂ ਤੁਹਾਨੂੰ ਪਹਿਲਾਂ ਹੀ ਉਦਾਹਰਨ ਦਿੱਤੀ ਸੀ, ਕ੍ਰਿਕਟ ਦਾ ਮੈਦਾਨ, ਇੱਥੇ ਬੈਟਸਮੈਨ ਖੜਾ ਹੁੰਦਾ, AB ਡਿਲੀਵੀਅਰ ਨੂੰ 360 ਡਿਗਰੀ ਕਿਹਾ ਜਾਂਦਾ ਹੈ। AB ਡਿਲੀਵੀਅਰ ਤੁਹਾਨੂੰ ਪਤਾ ਹੀ ਹੈ, ਬੈਟਸਮੈਨ ਹੈ ਸਾਊਥ ਅਫਰੀਕਾ ਦਾ। 360 ਡਿਗਰੀ ਕਿਉਂ ਕਹਿੰਦੇ ਹਨ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਉਹ ਚੱਕਰ ਦੇ ਚਾਰੇ ਪਾਸੇ 360 ਡਿਗਰੀ ਕਿਤੇ ਵੀ ਛੋੜ ਲਾ ਦਿੰਦਾ, ਕਦੇ ਕਿੱਧਰ ਕਦੇ ਕਿੱਧਰ, ਸਭ ਤੋਂ ਜ਼ਿਆਦਾ ਫਲੈਕਸੀਬਲ ਛੋੜ ਲਾ ਦਿੰਦਾ ਜੀ ਉਹ, ਇਸ ਲਈ ਉਸ ਨੂੰ 360 ਡਿਗਰੀ ਦਾ ਨਾਂ ਦਿੱਤਾ ਗਿਆ ਹੈ। ਤਾਂ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ। ਅੱਜ ਆਪਾਂ ਚੱਕਰ ਦਾ ਅੱਗੋਂ ਪੈਰੀਮੀਟਰ ਜਾਂ ਘੇਰਾ ਜਾਂ ਏਰੀਆ, ਵੋਲੀਅਮ ਬਾਰੇ ਗੱਲ ਨਹੀਂ ਕਰਨੀ, ਸਿਰਫ ਆਪਾਂ ਗੱਲ ਕਰਨੀ ਹੈ ਇਸ ਦੀ ਥੋੜੀ ਬੇਸਿਕ ਬਾਰੇ ਹੀ, ਕਿਉਂਕਿ ਇਹ ਜਿਓਮੈਟਰੀ ਹੈ, ਉਹ ਵਾਲਾ ਟੌਪਿਕ ਆਵੇਗਾ ਏਰੀਏ ਵਿੱਚ, ਪੈਰੀਮੀਟਰ ਵਿੱਚ, ਉਹ ਅੱਗੇ ਹੈ, ਉਹ ਬਾਅਦ ਵਿੱਚ ਆਪਾਂ ਕਰਾਂਗੇ। ਤਾਂ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਪਹਿਲਾਂ। ਤਾਂ ਇਸ ਵਿੱਚ ਪਹਿਲਾਂ ਗੱਲ ਕਰੀਏ ਆਪਾਂ ਚੱਕਰ ਦੀ 360 ਡਿਗਰੀ ਦਾ ਹੋ ਗਿਆ। ਉਸ ਤੋਂ ਬਾਅਦ ਇਹਦੇ ਵਿੱਚ ਕੀ ਹੁੰਦਾ ਜੀ, ਇੱਕ ਇਹ ਵਾਲਾ, ਇਸ ਨੂੰ ਕੇਂਦਰਕ ਕਹਿੰਦੇ ਹਨ, ਵੈਸੇ ਹੀ ਯਾਦ ਰੱਖ ਲਓ, ਕੇਂਦਰਕ ਕਹਿੰਦੇ ਹਨ ਇਸ ਨੂੰ, ਜੋ ਚੱਕਰ ਦਾ ਕੇਂਦਰ ਹੁੰਦਾ ਹੈ। ਆਪਾਂ ਪ੍ਰਕਾਰ ਤੋਂ ਇਸ ਤਰ੍ਹਾਂ ਚੱਕਰ ਜਦੋਂ ਬਣਾਉਣੇ ਹੁੰਦੇ ਆ, ਇਸ ਨੂੰ ਕੇਂਦਰ ਕਹਿ ਦਿੰਦੇ ਹਨ। ਤਾਂ ਇਹ ਵਾਲਾ ਇੱਧਰ, ਇਸ ਨੂੰ ਕਹਿੰਦੇ ਆ ਆਪਾਂ ਅਰਧ ਵਿਆਸ, ਜਿਸ ਨੂੰ ਛੋਟਾ R ਲਿਖਦੇ ਆ। ਇਹ ਪੂਰਨ ਅਗਰ ਹੋਵੇ ਤਾਂ ਇਸ ਨੂੰ ਵਿਆਸ, ਜਿਸ ਨੂੰ ਆਪਾਂ ਵੱਡੀ R ਵੀ ਲਿਖ ਦਿੰਦੇ ਆ। ਤਾਂ ਅਰਧ ਵਿਆਸ ਔਰ ਵਿਆਸ ਬਾਰੇ ਤੁਹਾਨੂੰ ਪਤਾ ਲੱਗ ਗਿਆ। ਤਾਂ ਇਸ ਤੋਂ ਬਾਅਦ ਹੁਣ ਆਪਾਂ ਇੱਕ ਅੱਧੀ ਚੀਜ਼ ਹੋਰ ਆ, ਉਹਦੇ ਬਾਰੇ ਗੱਲ ਕਰਦੇ ਹਾਂ ਜੀ। ਹਾਂਜੀ, ਇੰਗਲਿਸ਼ ਵਿੱਚ ਤੁਹਾਨੂੰ ਦੱਸ ਦੇਵਾਂ, ਕੇਂਦਰਕ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਹਨ, ਸੈਂਟਰ ਕਹਿ ਦਿੰਦੇ ਹਨ, ਸੈਂਟਰ। ਕੇਂਦਰਕ ਇਹ ਹੋ ਗਿਆ ਸੈਂਟਰ, ਔਰ ਜੋ ਵਿਆਜ ਹੈ, ਵਿਆਸ ਹੈ ਜੀ, ਵਿਆਸ ਹੈ, ਉਸ ਨੂੰ ਆਪਾਂ ਕਹਿ ਦਿੰਦੇ ਹਾਂ ਰੇਡੀਅਸ ਕਹਿ ਦਿੰਦੇ ਹਾਂ ਇੰਗਲਿਸ਼ ਵਿੱਚ। ਔਰ ਇੱਕ ਹੈ ਜੀਵਾ ਚਾਪ। ਜੀਵਾ ਕੀ ਹੁੰਦੀ ਹੈ, ਚਾਪ ਕੀ ਹੁੰਦੀ ਹੈ, ਬਸ ਇਹ ਹੀ ਇਸ ਦਾ ਲਾਸਟ ਹੈ। ਤਾਂ ਜੀਵਾ
इसनों भी आपां जीवा कह दिंदे हां। पूरा जो व्यास हुंदा उसनों जीवा का नाम दे दिंदे हां। इसनों आपां जिवें ए भी लिख दिंदे हां। इस तो इलावा ये किते भी हो सकदी है, आपां इत्थे भी ला सकदे हां, इत्थे भी ला सकदे हां। सारे चक्कर विच किते भी जीवा या चाप हुंदी है। सारे चक्कर दा कोई भी भाग जो है उसनों जीवा या चाप दे नाम दित्ता जांदा है। इंग्लिश विच इसनों कह दिंदे हन आर, ए ई आर, अरे। तो इसनों इंग्लिश विच ये कह दिंदे हन। तो बस यही सी जी। इस तो बाद चक्कर विच कोई खास क्वेश्चन तो है नहीं, बस 360 डिग्री का हुंदा है, ये याद रखना है। केंद्रक है और जीवा चाप बारे तुहानूं पता लग ही गया। कोई भी भाग ते हुंदी है। इत्थे जिवें ए बी दा नाम दे दित्ता और इस तो इलावा इत्थे पी है। तो ये सारा ए बी पी ये सारा की बन गया, जीवा बन गई। तो इस तरह ए वाली जो ये पूरी जीवा हुंदी है जी, इसनों भी जीवा कह सकते हैं। जो पूरा व्यास हुंदा है ये भी जीवा ही हुंदी है। हाँ जी, इस तो बाद हुण आपां करदे हां अपना मेन एक होर टॉपिक लास्ट ही है अज दा। ज्योमैट्री खत्म है, इस तो बाद ही ज्योमैट्री खत्म। अज ज्योमैट्री खत्म। बस यही टॉपिक लॉन्ग सी, बाकी तो एक एक दिन में हो जाण करनगे जी। ज्योमैट्री टॉपिक लॉन्ग सी। हाँ जी, चतुर्भुज जिसनों आपां की कहने क्वाड्रिलेटर कहने हाँ। तो क्वाड्रिलेटर विच की है चतुर्भुज, इसकी परिभाषा करते हैं। चतुर्भुज जिस तरह त्रिकोण की परिभाषा की सी आपां, त्रिकोण तो पता लग गया सी 3 भुजावां, तो चतुर तो पता लग गया 4 भुजावां, चतुर 4। इस तरह ही चतुर्भुज दी 4 भुजावां दी जां जिस दियां, सॉरी ये डेफिनेशन लिखो, जिस दियां 4 भुजावां होण, जिस दियां 4 भुजावां होण उसनूं चतुर्भुज कहते हैं। चतुर्भुज कहते हैं। जिस दियां 4 भुजावां होण उसनूं चतुर्भुज कहते हैं। तो इहदे विच देखोगे 4 भुजावां, और एक इहदे विच होर मेन गल है चतुर्भुज के चारे कोणां का जोड़। ये पहला ही और सैकेंड पॉइंट है चतुर्भुज के चारे कोणां का जोड़ 360 डिग्री हुंदा है। 360 डिग्री हुंदा है। चतुर्भुज के चारे कोणां का जोड़ कितना हुंदा है? 360 डिग्री हुंदा है। किस तरह हुंदा है वो आपां अगे गल करते हैं। तो इहदियां टाइप्स जो हैं वो 5 तरह दी हैं जी। उन्हां बारे गल करते हैं आपां। 5 तरह दी टाइप्स हैं, इत्थे मैं तुहानूं लिख दिंदा हाँ। पहली टाइप जो इहदी है, किस तरह भी तुसीं लिख सकते हो, वर्ग लिख लो। सैकेंड है आयत। हाँ जी, तो वर्ग नूं इंग्लिश विच आपां कहने हैं स्केयर, और आयत नूं आपां कहने हैं रेक्टेंगल, कह दिंदे हैं। और इस तो बाद अपने कोल है समचतुर्भुज, और अपने कोल समलंब चतुर्भुज, और एक अपने कोल ही समांतर चतुर्भुज। इन्हां बारे आपां गल करांगे। हाँ जी, तो ये तरह के अपने कोल टाइप्स हैं। तो इन्हां बारे आपां गल करते हैं। पहला है अपने कोल वर्ग, आयत, समचतुर्भुज और समलंब चतुर्भुज, समांतर चतुर्भुज। उस तो पहला तुसीं ये गल्लां याद रखणियां हैं कि जिस दियां 4 भुजावां होण उहनूं कहंदे हन चतुर्भुज। तो चतुर्भुज के चारां कोणां दा जोड़ हुंदा 360 डिग्री। एक तुहानूं मैं बना के दिखाउणा, जिवें अपना वर्ग है, तो वर्ग विच की है, ए कोण भी 90 डिग्री, ये भी 90, और ए वाला भी 90 है, और ए वाला भी अपने कोल 90 है। तो 90 90 90 सारे किन्ने हो गए 360। तो इन्हां दा जोड़ 360 होवेगा। जिन्हां दा जोड़ 360 होवेगा वही चतुर्भुज होवेगी जी। तो हुण आपां त्रिकोण दा कीता सी, उन्हां दा जोड़ हुंदा 180। तो अगर चक्कर की गल करिए तो चक्कर विच कोई कोण ही नहीं हुंदा। तो वैसे उसका सारिਆਂ ਦਾ 360 डिग्री हुंदा, चक्कर 360 डिग्री ਦਾ हुंदा। तो उहदे बारे गल कीती सी। तो इन्हां दी टाइप्स बारे आपां अगे गल करदे हां। हाँ जी, आपां कर रहे हैं चतुर्भुज।
ਚਤੁਰਭੁਜ ਦੇ ਟਾਈਪਸ ਕਰ ਰਹੇ ਹਾਂ ਆਪਾਂ ਜੀ। ਤੇ ਇਹਦੇ ਵਿੱਚ ਆਪਾਂ ਕੀ ਕਰ ਰਹੇ ਸੀ, ਪਹਿਲਾਂ ਇਹਦੀਆਂ ਜੋ ਮੇਨ 3 ਟਾਈਪਸ ਹਨ ਉਹਦੇ ਵਿੱਚ ਹੀ ਦੂਸਰੀਆਂ ਵੀ ਕਵਰ ਹੋ ਜਾਂਦੀਆਂ ਹਨ। ਤਾਂ ਸਮ ਚਤੁਰਭੁਜ ਜੀ ਫਸਟ ਹੈ ਸਮ ਚਤੁਰਭੁਜ। ਸਮ ਚਤੁਰਭੁਜ ਨੂੰ ਇੰਗਲਿਸ਼ ਵਿੱਚ ਲਿਖਦੇ ਹਨ ਰੋਮਬਸ। और सैकेंड अपने को समांतर चतुर्भुज। इनका इंग्लिश नाम है जी पैरेललोग्राम। और इस तो बाद अगली है जी अपने को थर्ड समलंब चतुर्भुज। समलंब चतुर्भुज जी और फोर्थ अपने को वर्ग और फिफ्थ अपने को आयती और एक होर होंदे है जी उन्होंने आप कह दें बहुभुजी। उनके बारे भी आप गल करांगे। हाँ जी समलंब चतुर्भुज का इंग्लिश नेम है जी इंग्लिश वाले लिए ट्रापीजियम। और वर्ग का इंग्लिश नेम तुहानूं पता ही है स्केयर वर्ग। और आयत का रेक्टेंगल और बहुभुज का पॉलीग्रामी। पॉलीग्रामी इस तरह का नाम है। तो हाँ जी हुण आपां पहलां ये 5 टाइप्स हैं इन्हां बारे आपां गल करनी है कि सम चतुर्भुज की हुंदा है, समांतर की हुंदा है जी, समलंब की हुंदा है, वर्ग की है, आयत की है। इन्हां बारे गल करन तो बाद ही आपां ज्योमैट्री टॉपिक आपां खत्म करना अज। तो इस तो बाद हुण आपां गल करदे हां अगली सम चतुर्भुज की। सम चतुर्भुज की है? हाँ जी सम चतुर्भुज की है जिस चतुर्भुज दी 4 भुजावां बराबर होण। जिस चतुर्भुज दी 4 भुजावां जो है तुहानूं पता चतुर्भुज 4 भुजावां नाल बनदा है। आपां कल भी गल कीती सी, सॉरी कल कह रहे जी इस विच हुणे आपां गल कीती सी चतुर्भुज जो 4 जिस दी भुजावां होंदियां ने, एक भुजा ए होगी, एक ए और एक ए। इस तरह जिस दी चारे समान होण, ये भी 5 सेंटीमीटर दी, ये भी 5 जी, ये भी 5 सेंटीमीटर, ये भी 5 सेंटीमीटर है, तो उसनूं आपां कहने सम चतुर्भुज। जिस चतुर्भुज दी चारे भुजावां बराबर होण, उसनूं सेम होण, उन्होंने उस चतुर्भुज नूं आपां नाम दिंदे सम चतुर्भुज। इसकी एग्जाम्पल आपां करदे हां जी। तो एग्जाम्पल इसकी सेम ही है। एक तो जो वर्ग हुंदा जी, वर्ग ये वर्ग है एक। देखो स्केयर दी चारे भुजावां बराबर होंदियां जिवें 5 सेंटीमीटर ये है, 5 सेंटीमीटर ये है, 5 सेंटीमीटर ये है, 5 सेंटीमीटर ये है। और इस तो इलावा इसनूं आपां थोड़ा इस तरह भी कर सकते हैं टेढ़ा। तो ये भी स्केयर नहीं है पर यह सम चतुर्भुज है। ये तुहानूं मैं फर्क समझाउणा जी, ध्यान नाल देखो। स्केयर का की हुंदा है, स्केयर विच भी आपां गल करांगे। स्केयर जदों करांगे ये कोण जो है स्केयर का 90 डिग्री हुंदा जी, 90 डिग्री हुंदा। पर ये देखोगे हुण जदों आपां इसनूं टेढ़ा कर दिता, भुजावां तो वो सेम ही ने। ये भी 5 सेंटीमीटर है, ये भी 5 सेंटीमीटर है, ये भी 5 सेंटीमीटर है, ये भी 5 सेंटीमीटर है। पर इसका जो ए है कोण चेंज हो गया। 90 डिग्री तो कोई भी कोण नहीं है। हाँ जी तो इहदे विच देखोगे तुसी 90 डिग्री का कोई भी कोण नहीं है इहदे विच। तो इस करके इसनूं आपां स्केयर नहीं कह सकते, पर यह सम चतुर्भुज जरूर है। सम चतुर्भुज 2 तरह के हुंदे हैं, एक तो जो स्केयर हो गया और एक जिसनूं आपां थोड़ा टेढ़ा कर दिता है पर यह स्केयर नहीं है। ये 2 टाइप्स हैं। हुण इहदे विच तुहानूं कल नूं पूछ सकते हैं नहीं जो स्केयर है वर्ग है वो किस कैटेगरी विच आउंदा है। क्वेश्चन तुहानूं मैं इत्थे लिख के दिखाउणा क्वेश्चन किस तरह का हुंदा है। हाँ जी क्वेश्चन है जिस चतुर्भुज दियां चारे भुजावां बराबर होण, जिस चतुर्भुज दियां चारे भुजावां बराबर होण उसनूं की कहंदे हन। उसनूं की कहंदे हन? ए ऑप्शन अपने कोल वर्ग कहंदे हन, बी है आयत, सी है सम चतुर्भुज, डी है ए और बी दोनों ऑप्शन। तो ध्यान नाल तुसीं देखना आंसर देना कमेंट बॉक्स विच। तो आंसर देखो तुसीं तुहानूं की लग रहा है। ए ऑप्शन वर्ग है, बी आयत है, सी सम चतुर्भुज है, डी है ए और बी। तो तुहानूं सही की लग रहा है?
तो हुण मैं दसदा तुहानूं ऑप्शन नंबर डी जो है जी राइट आंसर है जिन्हां दा। ऑप्शन नंबर डी क्यों है? ए ऑप्शन देखोगे वर्ग, वर्ग ਦੀਆਂ ਵੀ ਚਾਰੇ ਭੁਜਾਵਾਂ ਸੇਮ ਹੁੰਦੀਆਂ ਹਨ। और सम चतुर्भुज, सम चतुर्भुज ਵਿੱਚ ਹੀ वर्ग शामिल ਹੁੰਦਾ क्योंकि सम चतुर्भुज ਇਸ ਦੀਆਂ ਵੀ ਚਾਰੇ ਭੁਜਾਵਾਂ ਸੇਮ ਹੁੰਦੀਆਂ ਨੇ। ਸਮ ਮਤਲਬ ਸੇਮ और चतुर्भुज ਚਾਰ ਭੁਜਾਵਾਂ, ਚਾਰੇ ਭੁਜਾਵਾਂ ਜਿਸ ਦੀਆਂ ਸੇਮ ਹੋਣ। ਤਾਂ ਸਮ ਚਤੁਰਭੁਜ ਵਿੱਚ ਹੀ वर्ग ਹੈ ਜੀ। वर्ग जो है सम चतुर्भुज ਦੀ ਇੱਕ टाइप ही है। ਤਾਂ ਇਹ ਤੁਸੀਂ ਨੋਟ ਕਰ ਲੈਣਾ ਹੈ ਇਹ क्वेश्चन। और इस तो बाद ਇਹਦੇ ਵਿੱਚੋਂ ਇਹ ਇੱਕ ਹੀ क्वेश्चन है जी, ਇਹ ਉਲਝਾਉਣ ਵਾਲਾ क्वेश्चन ਸੀ। समांतर चतुर्भुज की गल करते हैं। हाँ जी, सैकेंड है समांतर चतुर्भुज पैरेललोग्राम। तो इस विच की हुंदा है जिस चतुर्भुज दियां जी आमने सामने वालियां भुजावां बराबर होण, सेम होण। जिस चतुर्भुज दियां आमने सामने वालियां भुजावां बराबर होण उसनूं समांतर चतुर्भुज कहा जांदा है। जिस चतुर्भुज ਦੀਆਂ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਬਰਾਬਰ ਹੋਣ ਉਸਨੂੰ ਸਮਾਂਤਰ ਚਤੁਰਭੁਜ ਕਹਿੰਦੇ ਹਨ ਜੀ। ਤੇ ਇਹਦੇ ਅੱਗੇ ਆਪਾਂ ਐਗਜ਼ਾਮਪਲ ਕਰਦੇ ਹਾਂ, ਬਣਾਉਣੇ ਆ ਡਾਇਗਰਾਮ। ਹਾਂਜੀ, ਇਹਦੇ ਤੁਸੀਂ ਦੇਖੋਗੇ ਡਾਇਗਰਾਮ। ਹਾਂਜੀ, तो ये इसका डायग्राम है। ये 7 सेंटीमीटर, ये भी 7 सेंटीमीटर आमने सामने वाली दो भुजावां बराबर हो गई। फिर ये है अपने को 5 सेंटीमीटर और ये भी अपने को 5 सेंटीमीटर। इधर वाली आमने सामने वाली भी दो भुजावां बराबर हो गई। तो ये इसकी एग्जाम्पल है जी। इसनों आप ना देने हैं, वैसे आयत का तुहानूं पता ही है। आयत जो है जी रेक्टेंगल है, उसदियां भी आमने सामने वाली भुजावां जो है बराबर होंदियां हन। तो आयत जो है वो किस कैटेगरी में आ जाता? समांतर चतुर्भुज विच। वर्ग किस विच आउंदा सी? सम चतुर्भुज विच। जो पर वर्ग आपां पहलां कीता सी वो सम चतुर्भुज विच आउंदा सी, सम चतुर्भुज विच। और आयत आउंदा है समांतर चतुर्भुज विच ही। और सॉरी, एक सच तुहानूं गल दसणी सी, जो वर्ग है वो दोनों विच ही आउंदा है। वर्ग जो है दोनों विच ही आउंदा है, क्योंकि इत्थे तुसीं देखोगे वर्ग दियां 5 सेंटीमीटर ये भुजा है, 5 सेंटीमीटर ये है, 5 सेंटीमीटर ये है और 5 सेंटीमीटर है। ये आमने सामने वाली ये भुजा भी बराबर होगी और ये भी। वर्ग जो है दोवें कैटेगरी में ही आता है। सम चतुर्भुज भी उसनूं आपां कह सकते हैं और समांतर चतुर्भुज भी कह सकते हैं। पर आयत जो आयत है वो सिर्फ समांतर चतुर्भुज में ही आता है। आयत जो सिर्फ समांतर चतुर्भुज में ही आता है। हुण तुसीं देखोगे एक तो इन्हां दी आयत वाली और ये बन गई, ठीक है जी। एक वर्ग आ गया समांतर चतुर्भुज में, एक आ गया आयत। और एक जो आप वर्ग का थोड़ा टेढ़ापन किया सी एवें, ये भी इस विच शामिल हो गया। 5 सेंटीमीटर, 5 सेंटीमीटर, 5 सेंटीमीटर और 5 सेंटीमीटर। और आयत नूं भी जे आप थोड़ा टेढ़ा कर दिए इस तरह, तो ये भी 7 सेंटीमीटर, 7 सेंटीमीटर, 5 सेंटीमीटर और 5 सेंटीमीटर। ये भी जो है समांतर चतुर्भुज ही है जी, क्योंकि आमने सामने वालियां फिर इस दियां बराबर ही हैं दोनों विच। पर इस विच अंतर की है, इसनों आपां आयत नहीं कहांगे और इसनों आपां वर्ग नहीं कहांगे, क्योंकि इन्हां दे कोण जो हैं वो 90 डिग्री के नहीं हैं जी। ये कोण जो टेढ़ा करते हैं आपां इस तरह, सॉरी, जो आप इसनों आपां इस तरह टेढ़ा लिखते हैं तो ये कोण जो है ये 90 डिग्री नहीं रहिंदा। इस विच बदलाव आ जाता, चेंज आ जाता जी। तो जिसका कोण 90 डिग्री हो, वर्ग और आयत उही हुंदे हन। वो अगे जो आप वर्ग आयत हुण अगे करते हैं फिर तुहानूं होर ज़्यादा स्पष्ट हो जाएगा, क्लीयर हो जाएगा। तो हुण आप थर्ड ते जाने समलंब चतुर्भुज ते इसका एक क्वेश्चन कर लैंदे आ। इसका क्वेश्चन कोई बस यही क्वेश्चन है जी इसका, बाद चो लास्ट में कर लांगे क्वेश्चन। बस तुहानूं क्वेश्चन आ सकता समांतर चतुर्भुज की है, उत्थे ऑप्शन थल्ले लिखिया होणगियां। चलो लिख ही दिना मैं क्वेश्चन तुहानूं जी। हाँ जी, क्वेश्चन है अपने कोल समांतर चतुर्भुज की है। ऑप्शन ए है अपने कोल जिस दियां चारे भुजावां बराबर होण। ऑप्शन ए है अपने कोल जिस दियां चारे भुजावां बराबर होण। ऑप्शन बी है अपने कोल जिस दियां आमने सामने वालियां भुजावां बराबर होण, जिस दियां आमने सामने वालियां भुजावां बराबर होण। सी है ऑप्शन अपने कोल जिस दी कोई भी भुजा बराबर ना होवे, जां कोई भी भुजा बराबर ना होवे। और डी ऑप्शन अपने कोल इन्हां विचों कोई भी नहीं, इन्हां तीन ऑप्शनां विचों कोई भी नहीं। तो हुण तुहानूं जो आंसर सही लगता है ए बी सी कमेंट दो, डी जो भी सही लगता है। तो हुण तुहानूं मैं दसदा नहीं इसका आंसर की है।
ऑप्शन नंबर बी है जिन्हां दा वो सही आंसर है, जिस दियां आमने सामने वालियां भुजावां बराबर होण। जिन्हां दियां आमने सामने वालियां भुजावां बराबर हुंदियां हन वो ही समांतर चतुर्भुज हुंदे हन। ये आपां हुणे ही कीता है। आयत जो है और वर्ग विच भी आमने सामने वालियां बराबर हुंदियां हन वर्ग च, और उस तो बाद जो आपां इन्हां नूं टेढ़ा करके एग्जांपलां कीतियां सी तो वो भी सी, ते 4 इस दी एग्जांपल आपां कीतियां सी। हुण अगे आपां थर्ड टाइप वाल जाने हाँ, समलम चतुर्भुज, जिसनों की कहते हैं इंग्लिश विच। हाँ जी, समलम चतुर्भुज थर्ड टाइप जो अपनी है समलम चतुर्भुज, जिसनों इंग्लिश कहते हैं ट्रापीजियम। इस दे विच की है जिस दियां दो भुजावां समांतर होण ते दो भुजावां जो है ये असमांतर होण, उसनों समलम चतुर्भुज कहते हैं। जिस चतुर्भुज दियां जिस चतुर्भुज दियां दो भुजावां तो होनी समांतर, इक्को जी होण, 5-5 सेंटीमीटर हो सकते हैं, 10-10 कुछ भी हो सकते हैं, बराबर होण, समांतर होण, ते बाकी जो दो हैं दो बाकी वो होण असमांतर होण, जिन्हां दी लंबाई बराबर ना होवे उसनों कहते हैं समलम चतुर्भुज। उसनों समलम चतुर्भुज कहते हैं। नहीं, एग्जाम्पल करते हैं इसकी आपां। एग्जाम्पल च देखोगे तुसी हाँ जी, तो इसकी एग्जाम्पल है। इस विच की हैं दो भुजावां जो हैं, ए वाली भुजा इसनों आप 7 सेंटीमीटर लिख लें और ए वाली 7 सेंटीमीटर, ये तो हैं बिल्कुल समांतर। जो आप पहली लाइन लिखी है दो भुजावां हैं समांतर, और जो दूसरियां हैं दो, ये 5 सेंटीमीटर की, ये 9 सेंटीमीटर की, तो ये की हैं ये समांतर नहीं हैं, ये अलग अलग हैं, जिन्हों की लंबाई अलग अलग है, असमांतर हैं, इसनों असमांतर का नाम दिंदे हैं। तो उसनों आप समलम चतुर्भुज कहते हैं। तो ये अपने को आ गई समलम चतुर्भुज। हाँ जी, क्वेश्चन जो बनता है तो क्वेश्चन अगे करते हैं आप। हाँ जी, क्वेश्चन अपने को, जिस चतुर्भुज विच दो भुजावां जो हैं समान होण ते दो होण असमांतर ही, उस चतुर्भुज नूं की कहते हैं। ऑप्शन अपने को ए ऑप्शन है समांतर चतुर्भुज, बी है अपने को वर्ग, सी है समलम चतुर्भुज, डी है ए और बी दोवें। तो आंसर तो जल्दी जो तुहानूं सही लग रहा है, ए लग रहा, बी, सी जां डी। तो हुण आपां इहदा आंसर करते हैं। इसका आंसर की है, समांतर चतुर्भुज विच सारियां भुजावां जो हैं सेम हुंदियां बराबर हुंदियां, पर इन्होंने की लिखा दो होण समान दो होण असमान, इसलिए तो गलत है। वर्ग विच भी सारियां सेम हुंदियां ने, गलत है। समलम विच की हुंदा है जी, दो हुंदियां ने समान ते दो हुंदियां ने असमान, तो इसलिए आंसर सही है अपना सी आंसर सही है। डी तो फिर आप ही गलत हो गया, ए और बी दोवें आंसर किवें आ सकते हैं, तो ये आंसर भी अपने को गलत है। तो बस इस तो बाद हुण आपां वर्ग वाल चलते हैं, वर्ग और आयत वाल, फिर जो इन्हां दे होर बाकी पेंडिंग क्वेश्चन हैं वो करते हैं, तो चैप्टर करते हैं खत्म जी। जोग्राफी का काफ़ी लंबा चैप्टर है, इस तो बाद वाले चैप्टर तो बहुत शॉर्ट चैप्टर है, नहीं जो जल्दी हो जाएंगे। हाँ जी, वर्ग और आयत वाले वैसे आप पहले ही कर लिया है, इहदे विच कोई खास गल नहीं है। वर्ग विच की हुंदा है, चार भुजावां चारे भुजावां हुंदियां हन बराबर ही, वर्ग दी चारे भुजावां हुंदियां हन बराबर हुंदियां हन, ते 90 डिग्री का कोण बनता हुंदा विच ही, 90 डिग्री का कोण बनता है। ये मेन गल है, वर्ग नूं 90 डिग्री का कोण बनता है, और आयत विच भी पहली लाइन यही लिख लें आप, 90 डिग्री का कोण बनता है, आयत का कोण बनता है। और पर इस विच कितने हैं, आमने सामने वालियां दो दो भुजावां जो हैं समान हुंदियां ने, आमने सामने वालियां भुजावां समान हुंदियां ने। हाँ जी, तो हुण देखोगे तुसीं आपां इन्हां दी एग्जाम्पल कर लैंदे आ। तो वर्ग विच आपां चार समान भुजावां बनाउणियां हन, तो चार आपां समान भुजावां बना लईआं 4-4 सेंटीमीटर दियां, और इसका एक कोण 90 डिग्री का। 90 डिग्री का कोण तुहानूं पहले ही कहा सी, दो सीधियां लाइनां हुंदियां 90 डिग्री विच झुकाव नहीं हुंदा, डी ते तुसीं देख सकदे हो जदों आपां कोणां वाला चैप्टर कीता सी। तो आयत विच की है,
90 डिग्री ਦੇ ਕੋਣ ਬਣਦਾ ਹੈ, ਪਰ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਸਮਾਨ ਹੁੰਦੀਆਂ ਨੇ। ਆਮਣੇ ਸਾਹਮਣੇ ਵਾਲੀਆਂ ਇਹ ਵਾਲੀ ਔਰ ਇਸ ਦੇ ਸਾਹਮਣੇ ਇਹ ਵਾਲੀ ਔਰ ਇਸ ਦੇ ਸਾਹਮਣੇ ਇਹ, ਤਾਂ ਇਹ ਇਸ ਨੂੰ ਆਪਾਂ 8-8 ਲਿਖ ਲੈਂਦੇ ਹਾਂ, 8-8, ਔਰ ਇਸ ਨੂੰ ਆਪਾਂ 4-4 ਲਿਖ ਲੈਂਦੇ ਹਾਂ। ਤਾਂ ਇਹ ਦੇਖੋਗੇ ਤੁਸੀਂ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਸਮਾਨ ਹਨ। ਔਰ 90 ਡਿਗਰੀ ਦਾ ਕੋਣ ਕਿੱਥੇ ਬਣ ਰਿਹਾ, ਇੱਥੇ ਵੀ 90 ਡਿਗਰੀ ਦਾ ਬਣ ਰਿਹਾ, ਇੱਥੇ ਵੀ, ਇੱਥੇ ਵੀ, ਇੱਥੇ ਵੀ। ਇਹਦੇ 'ਚ ਵੀ ਇਸੇ ਤਰ੍ਹਾਂ ਹੀ ਹੈ ਜੀ, 90 90 ਔਰ 90। ਚਤੁਰਭੁਜ ਦੇ ਚਾਰਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਸੀ, ਆਪਾਂ ਪਹਿਲਾਂ ਕੀਤਾ ਸੀ। ਆਨਸਰ ਪਹਿਲਾਂ ਤੁਸੀਂ ਦਿਓ, ਜਲਦੀ ਦਿਓ ਆਨਸਰ। ਤੇ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ ਹੁੰਦਾ ਜੀ 360 ਡਿਗਰੀ। ਹੁਣ ਇਹੀ ਕੁਐਸਚਨ ਆਪਾਂ ਅੱਗੇ ਕਰਨੇ ਆ ਥੋੜ੍ਹੇ ਜਿਹੇ, ਤਾਂ ਕਰਦੇ ਹਾਂ ਹੁਣ ਕੁਐਸਚਨ ਆਪਾਂ। ਸਾਰਾ ਚੈਪਟਰ ਕੰਪਲੀਟ ਹੋ ਗਿਆ ਜੀ। ਹਾਂਜੀ, ਕੁਐਸਚਨ ਨੰਬਰ, ਤਿਕੋਣ ਦੀਆਂ ਕਿੰਨੀਆਂ ਭੁਜਾਵਾਂ ਹੁੰਦੀਆਂ ਨੇ। ਆਪਾਂ ਸਾਰੇ ਚੈਪਟਰ 'ਚ ਕੁਐਸਚਨ ਕਰ ਰਹੇ ਹਾਂ ਜੋ ਵੀ ਆਪਣੇ ਬਚੇ ਹਨ, ਜਾਂ ਫਿਰ ਜ਼ਰੂਰੀ ਹਨ, ਉਹੀ ਸਮਝ ਲਓ ਤੁਸੀਂ, ਤਾਂ ਜ਼ਰੂਰੀ ਵੀ ਹਨ। ਕੁਐਸਚਨ ਨੰਬਰ 1 ਦੀ ਗੱਲ ਕਰੀਏ, ਤਿਕੋਣ ਦੀਆਂ ਕਿੰਨੀਆਂ ਭੁਜਾਵਾਂ ਹੁੰਦੀਆਂ ਨੇ। ਏ ਆਪਸ਼ਨ ਆਪਣੇ ਕੋਲ 5 ਹੈ, ਬੀ ਆਪਣੇ ਕੋਲ 4, ਸੀ ਆਪਣੇ ਕੋਲ 3 ਔਰ ਡੀ ਹੈ 2। ਤਾਂ ਆਪਾਂ ਤਿਕੋਣ ਕੀਤਾ ਸੀ, ਤਿਕੋਣ ਤਿੰਨ ਭੁਜਾਵਾਂ ਤੋਂ ਬਣਦਾ ਹੈ, 3 ਕੋਨੇ ਹੁੰਦੇ ਹਨ। ਤਾਂ ਇਸ ਦਾ ਆਨਸਰ ਆਪਣੇ ਕੋਲ ਕੀ ਆ ਗਿਆ, ਆਪਸ਼ਨ ਨੰਬਰ ਸੀ। ਤੁਸੀਂ ਕੀ ਸੋਚਿਆ ਦੱਸਿਓ ਜ਼ਰੂਰ ਕਮੈਂਟ ਵਿੱਚ, ਸਹੀ ਹੈ ਤੁਹਾਡਾ ਆਨਸਰ ਜਾਂ ਗਲਤ। ਕੁਐਸਚਨ ਨੰਬਰ 2 ਦੀ ਗੱਲ ਕਰੀਏ, ਸਮਕੋਣ ਤਿਕੋਣ ਦਾ ਇੱਕ ਕੋਣ ਹੁੰਦਾ ਹੈ, ਸਮਕੋਣ ਤਿਕੋਣ। ਤਾਂ ਸਮਕੋਣ ਤਿਕੋਣ ਵਿੱਚ ਤੁਹਾਨੂੰ ਪਤਾ ਹੀ ਹੈ, ਸਮਕੋਣ ਦਾ ਮਤਲਬ ਕੀ ਹੁੰਦਾ ਹੈ, 90 ਡਿਗਰੀ। ਸਮਕੋਣ 90 ਡਿਗਰੀ ਦਾ ਹੁੰਦਾ ਹੈ। ਤਾਂ ਇਸ ਦੇ ਆਪਸ਼ਨ ਨੰਬਰ ਏ ਵਿੱਚ ਹੈ 70 ਡਿਗਰੀ, ਬੀ ਵਿੱਚ 180, ਸੀ ਹੈ 90, ਡੀ ਹੈ 360। ਤੁਹਾਨੂੰ ਕੀ ਲੱਗ ਰਿਹਾ ਹੈ, ਤੁਹਾਨੂੰ ਉਹਨੇ ਦੱਸ ਹੀ ਦਿੱਤਾ ਮੈਂ ਪਹਿਲਾਂ ਹੀ, 90 ਡਿਗਰੀ ਇਸ ਦਾ ਰਾਈਟ ਆਨਸਰ ਹੈ। ਤਾਂ ਹੁਣ ਇਹਦੇ 'ਚ ਦੇਖਦੇ ਹਾਂ ਕੁਐਸਚਨ ਨੰਬਰ 1, ਚਤੁਰਭੁਜ ਦੀਆਂ 3 ਵਿੱਚ ਇੱਕ ਚਤੁਰਭੁਜ ਹੈ ਜੀ ਏ ਬੀ ਸੀ ਡੀ, ਵਿੱਚ ਕੋਣ ਏ ਹੈ ਆਪਣੇ ਕੋਲ 70 ਡਿਗਰੀ, ਬੀ ਹੈ 80 ਡਿਗਰੀ ਔਰ ਸੀ ਹੈ ਆਪਣੇ ਕੋਲ ਜੋ ਕੁਐਸਚਨ ਮਾਰਕ ਪਤਾ ਕਰਨਾ ਹੈ, ਡੀ ਆਪਣੇ ਕੋਲ 50 ਡਿਗਰੀ ਦਾ ਪਤਾ ਕਰਨਾ। ਪਤਾ ਕਰੋ ਕੋਣ ਸੀ ਦਾ ਮੁੱਲ ਕਿੰਨਾ ਹੈ। ਆਪਸ਼ਨ ਏ ਹੈ ਆਪਣੇ ਕੋਲ 110, ਬੀ ਹੈ 70, ਸੀ ਹੈ 80, ਡੀ ਹੈ 160। ਤੁਹਾਨੂੰ ਆਨਸਰ ਕੀ ਲੱਗ ਰਿਹਾ ਜਲਦੀ ਦੱਸੋ ਕਮੈਂਟ ਬਾਕਸ ਵਿੱਚ, ਫਿਰ ਇਸ ਨੂੰ ਆਪਾਂ ਸੋਲਵ ਕਰਦੇ ਹਾਂ। ਹਾਂਜੀ, ਤਾਂ ਆਨਸਰ ਇਸ ਦਾ ਕੀ ਹੈ, ਆਪਸ਼ਨ ਨੰਬਰ ਡੀ ਇਸ ਦਾ 160 ਡਿਗਰੀ ਆਨਸਰ ਹੈ। ਕਿਵੇਂ ਆਇਆ, ਆਪਾਂ ਇੱਕ ਚਤੁਰਭੁਜ ਦੇ ਕੋਣਾਂ ਦੀ ਗੱਲ ਕੀਤੀ, ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਯਾਦ ਰੱਖਿਓ। ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ, 360 ਡਿਗਰੀ। ਇੱਕ ਚਤੁਰਭੁਜ ਜੋ ਹੈ ਉਸਦੇ ਚਾਰੇ ਕੋਣਾਂ ਦਾ ਜੋੜ ਹੁੰਦਾ 360 ਡਿਗਰੀ। ਤੇ 3 ਕੋਣਾਂ ਦਾ ਜੋੜ ਕਰ ਲਓ ਜੀ। ਇਹ 3 ਕੋਣ ਤਾਂ ਆਪਣੇ ਕੋਲ ਦਿੱਤੇ ਹੋਏ ਨੇ, ਚੌਥਾ ਆਪਾਂ ਪਤਾ ਕਰਨਾ, ਤਾਂ ਆਪਾਂ ਇਹਨਾਂ ਦਾ ਜੋੜ ਕਰ ਲੈਂਦੇ ਹਾਂ। 70 ਔਰ 80 ਕਿੰਨਾ ਹੋ ਗਿਆ, 150, 150 ਔਰ 50 ਕਿੰਨਾ ਹੋ ਗਿਆ, 200। 200 ਨੂੰ ਆਪਾਂ ਘਟਾ ਦਿੱਤਾ 360 ਵਿੱਚੋਂ, ਬਾਕੀ ਜੋ ਕੋਣ ਬਚਿਆ ਹੈ ਉਹ 160 ਡਿਗਰੀ ਦਾ ਬਚਿਆ ਹੈ। ਤਾਂ ਆਨਸਰ ਕੀ ਹੋਗਾ ਆਪਣੇ ਕੋਲ, 160 ਡਿਗਰੀ ਹੋ ਗਿਆ ਜੀ। ਤਾਂ ਹੁਣ ਅੱਗੇ ਆਪਾਂ ਹੋਰ ਕੁਐਸਚਨ ਕਰ ਲੈਂਦੇ ਹਾਂ ਜੋ ਬਾਕੀ ਹਨ। ਹਾਂਜੀ, ਜਿਸ ਚਤੁਰਭੁਜ ਦੇ ਵਿਕਰਨ ਬਰਾਬਰ ਹੁੰਦੇ ਹਨ ਉਸ ਦਾ ਨਾਮ ਦੱਸੋ। ਤਾਂ ਆਪਸ਼ਨ ਏ ਆਪਣੇ ਕੋਲ ਆਇਤ, ਬੀ ਹੈ ਵਰਗ, ਸੀ ਹੈ ਸਮਾਂਤਰ ਚਤੁਰਭੁਜ ਔਰ ਡੀ ਹੈ ਸਮਲੰਬ ਚਤੁਰਭੁਜ। ਤਾਂ ਹਾਂਜੀ, ਵਿਕਰਨ ਬਾਰੇ ਸੋਰੀ ਆਪਾਂ ਗੱਲ ਨਹੀਂ ਕੀਤੀ, ਵਿਕਰਨ ਤੁਹਾਨੂੰ ਦੱਸ ਦਿੰਦਾ। ਤਾਂ ਇਹ ਜਿਸ ਤਰ੍ਹਾਂ ਇਹ ਵਰਗ ਹੁੰਦਾ ਹੈ ਜਾਂ ਫਿਰ ਆਇਤ ਹੁੰਦਾ ਹੈ, ਤਾਂ ਇਸ ਦੇ ਇਹ ਵਾਲੇ ਜੋ ਦੋ ਹੁੰਦੇ ਹਨ ਇਹਨਾਂ ਨੂੰ ਵਿਕਰਨ ਕਹਿੰਦੇ ਹਨ। ਹਰੇਕ ਵਰਗ, ਆਇਤ, ਸਮਾਂਤਰ, ਸਮਲੰਬ ਚਤੁਰਭੁਜ ਹਰੇਕ ਵਿੱਚ ਹੀ ਵਿਕਰਨ ਹੁੰਦੇ ਹਨ, ਤਾਂ ਇਸ ਨੂੰ ਵਿਕਰਨ ਦਾ ਨਾਮ ਦਿੱਤਾ ਗਿਆ ਹੈ। ਤਾਂ ਇਹ ਆਪਾਂ ਗੱਲ ਕਰ ਲਈਏ ਤਾਂ ਤੁਹਾਨੂੰ ਸਿੱਧਾ ਦੱਸ ਦਿੰਦਾ ਜੀ, ਆਇਤ ਜੋ ਹੈ ਜੀ, ਆਇਤ ਦੇ ਵਿਕਰਨ ਜੋ ਹਨ ਬਰਾਬਰ ਹੁੰਦੇ ਹਨ। ਆਇਤ ਦੇ ਵਿਕਰਨ ਸੇਮ ਹੁੰਦੇ ਹਨ, ਜਿੰਨੀ ਲੈਂਥ ਇਸ ਦੀ ਹੈ ਇਹ ਵਾਲੀ ਦੀ ਉਨੀ ਹੀ ਇਸ ਦੀ ਹੁੰਦੀ ਹੈ। ਬਾਕੀ ਸਾਰਿਆਂ ਵਿੱਚ ਵਿਕਰਨ ਜੋ ਹਨ ਉਹ ਸੇਮ ਨਹੀਂ ਹੁੰਦੇ। ਤਾਂ ਇਸ ਲਈ ਆਨਸਰ ਕੀ ਆਪਣੇ ਕੋਲ ਆਇਤ ਆ ਜਾਵੇਗਾ, ਇਹ ਆਪਸ਼ਨ ਹੀ। ਤਾਂ ਇਹ ਕੁਐਸਚਨ ਆਪਣਾ ਸਕਿਪ ਹੋ ਚੱਲਿਆ ਸੀ, ਆਪਾਂ ਹੁਣ ਕਰ ਹੀ ਲਿਆ ਇਸ ਬਾਰੇ। ਹਾਂਜੀ, ਇੱਕ ਕੁਐਸਚਨ ਹੋਰ ਹੈ ਆਪਣੇ ਕੋਲ, ਉਹ ਕਰਦੇ ਹਾਂ। ਹਾਂਜੀ, ਤਾਂ ਇੱਕ ਚਤੁਰਭੁਜ ਦੇ 4 ਕੋਣ ਦਿੱਤੇ ਆ ਆਪਣੇ ਕੋਲ, 3x ਡਿਗਰੀ, 6x ਡਿਗਰੀ, 7x ਡਿਗਰੀ, 8x ਡਿਗਰੀ। ਤਾਂ x ਦਾ ਆਪਾਂ ਮੁੱਲ ਪਤਾ ਕਰਨਾ, ਇਹ ਵਾਲੇ x ਦਾ ਆਪਾਂ ਮੁੱਲ ਪਤਾ ਕਰਨਾ ਜੀ। ਤਾਂ ਆਪਸ਼ਨ ਆਪਣੇ ਕੋਲ A ਹੈ 15 ਡਿਗਰੀ, B ਹੈ 20 ਡਿਗਰੀ, C ਹੈ 70 ਡਿਗਰੀ ਔਰ D ਹੈ 50 ਡਿਗਰੀ। ਹਾਂਜੀ, ਜੋ ਤੁਹਾਨੂੰ ਸਹੀ ਲੱਗ ਰਿਹਾ ਉਹ ਦੱਸੋ ਜਲਦੀ, ਤਾਂ ਇਸ ਨੂੰ ਆਪਾਂ ਸੋਲਵ ਕਰਦੇ ਹਾਂ। ਹਾਂਜੀ, ਆਪਸ਼ਨ ਇਸ ਦੀ ਹੈ A 15 ਡਿਗਰੀ। ਕਿਸ ਤਰ੍ਹਾਂ ਹੈ ਉਹ ਤੁਹਾਨੂੰ ਮੈਂ ਦੱਸਦਾ ਹਾਂ। ਜੋ ਇਸ ਦੇ ਨਾਲ 3x ਹੈ, ਇਸ ਦੇ ਵਿੱਚ ਇੱਕ ਗੁਣਾ ਦਾ ਨਿਸ਼ਾਨ ਹੁੰਦਾ ਹੈ, ਜੋ ਨਾਲ ਵਾਲੇ ਹੁੰਦੇ ਨੇ ਇਹਨਾਂ ਵਿੱਚ ਗੁਣਾ ਹੁੰਦੀ ਹੈ, ਮਲਟੀਪਲਾਈ ਹੁੰਦੀ ਹੈ। ਤਾਂ ਇਹ ਇੱਕ ਤਾਂ ਤੁਸੀਂ ਇਸ ਨੂੰ 2 ਤਰੀਕੇ ਨਾਲ ਸੋਲਵ ਕਰ ਸਕਦੇ ਹੋ, ਜਾਂ ਤਾਂ ਇਹ ਸਾਰੀਆਂ ਵੈਲਿਊ ਨੂੰ ਪੁੱਟ ਕਰਕੇ, ਹੁਣ ਤੁਹਾਨੂੰ ਪਤਾ ਲੱਗ ਗਿਆ ਇਸ ਵਿੱਚ ਗੁਣਾ ਦਾ ਨਿਸ਼ਾਨ ਹੈ, ਤਾਂ ਇਸ ਨੂੰ ਆਪਾਂ ਵੈਲਿਊ ਨੂੰ ਪੁੱਟ ਕਰ ਲੈਂਦੇ ਹਾਂ। ਤੁਹਾਨੂੰ ਸਿੱਧੀ ਵੈਲਿਊ ਪੁੱਟ ਕਰਕੇ ਸੋਲਵ ਕਰਾਉਣਾ ਪਹਿਲਾਂ ਜੀ। ਤਾਂ ਇਹ ਆਪਸ਼ਨ ਆਪਣੇ ਕੋਲ ਕੀ ਹੈ 15 ਡਿਗਰੀ। ਤਾਂ
15 ਤੀਆ 45, ਇੱਥੇ x ਦੀ ਵੈਲਿਊ ਕਿੰਨੀ ਆ ਗਈ 15, 15 ਨੂੰ 3 ਨਾਲ ਗੁਣਾ ਕੀਤੀ 45, ਪਹਿਲਾਂ ਆਪਣੇ ਕੋਲ 45 ਡਿਗਰੀ ਆ ਗਿਆ, ਫਿਰ 15 ਛਿਕਾ 90 ਡਿਗਰੀ ਆ ਗਿਆ, ਫਿਰ 15 7 105 ਡਿਗਰੀ ਆ ਗਿਆ, ਫਿਰ 15 8 120 ਡਿਗਰੀ ਆ ਗਿਆ ਜੀ ਆਪਣੇ ਕੋਲ। ਤਾਂ ਹੁਣ ਇਹਨਾਂ ਦਾ ਆਪਾਂ ਜੋੜ ਕਰ ਲਈਏ। 105 ਨੂੰ ਮੈਂ ਇਹਦੇ ਨਾਲ ਜੋੜ ਲੈਣਾ 150 ਔਰ 90 ਨੂੰ ਮੈਂ 120 ਨਾਲ ਜੋੜ ਲੈਣਾ ਜੀ। 120 ਨਾਲ ਜੋੜਿਆ 210, 210 ਔਰ 150 ਕਿੰਨਾ ਹੁੰਦਾ 360, ਜੋ ਕਿ ਚਾਰੇ ਕੋਣ ਹਨ। ਚਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਚਤੁਰਭੁਜ ਦੇ 360। ਤਾਂ ਆਪਣੇ ਕੋਲ ਸਹੀ ਆਨਸਰ ਆ ਗਿਆ 15 ਡਿਗਰੀ। ਹੁਣ ਅਗਰ ਆਪਾਂ 20 ਭਰਦੇ ਤਾਂ ਕੋਣ ਹੈਗਾ ਵੱਧ ਜਾਣੀ ਸੀ, ਤੇ ਜਿਹੜਾ ਜੋੜ ਆ ਇੱਥੇ 360 ਡਿਗਰੀ ਤੋਂ ਜ਼ਿਆਦਾ ਆਉਣਾ ਸੀ। 360 ਡਿਗਰੀ ਤੋਂ ਜ਼ਿਆਦਾ ਆਉਣਾ ਸੀ, ਜਿਸ ਨਾਲ ਇਹ ਕੀ ਹੋ ਜਾਣਾ ਸੀ, ਆਨਸਰ ਗਲਤ ਹੋ ਜਾਣਾ ਸੀ। ਤਾਂ ਹੁਣ ਆਪਣੇ ਕੋਲ ਆਪਸ਼ਨ ਇੱਕ ਤਾਂ ਇਹ ਹੈ, ਔਰ ਦੂਸਰੀ ਆਪਣੇ ਕੋਲ ਇੱਕ ਦੂਸਰਾ ਮੈਥਡ ਹੈ। ਉਹਦੇ ਵਿੱਚ ਕੀ ਕਰਨਾ ਆਪਾਂ, ਹੁਣ ਤੁਹਾਨੂੰ ਪਤਾ ਹੈ ਚਤੁਰਭੁਜ ਦੇ ਚਾਰ ਕੋਣ ਦਿੱਤੇ ਆ, ਇੱਕ ਕੋਣ 2 ਕੋਣ 3 ਔਰ 4। ਇੱਥੇ ਮੈਂ ਲਿਖ ਦਿੰਦਾ 1 2 3 ਔਰ 4, ਇਹ ਚਾਰ ਕੋਣ ਹਨ। ਇਹਨਾਂ ਚਾਰਾਂ ਦਾ ਜੋੜ ਕਿੰਨਾ ਹੁੰਦਾ, ਚਾਰਾਂ ਦਾ 360 ਡਿਗਰੀ। ਤੇ ਇਹਨਾਂ ਦਾ ਆਪਾਂ ਇਸ ਤਰ੍ਹਾਂ ਕਰ ਸਕਦੇ ਸੀ 3x ਪਲੱਸ 6x ਪਲੱਸ 7x ਪਲੱਸ 8x ਬਰਾਬਰ ਹੁੰਦਾ 360 ਡਿਗਰੀ। ਹੁਣ ਇਹਨਾਂ ਦਾ ਜੋੜ ਕਰਦੇ ਤਾਂ x ਦਾ ਜੋੜ ਨਹੀਂ ਹੋਣਾ ਸੀ, ਇਹਨਾਂ ਸਾਰੀਆਂ ਰਕਮਾਂ ਦਾ ਹੋ ਜਾਣਾ ਸੀ 3 ਔਰ 6 9, 9 ਔਰ 7 16 ਔਰ 8 24 ਔਰ ਇਸ ਨਾਲ ਇਹ ਵਾਲਾ x ਇਸ ਤਰ੍ਹਾਂ ਹੀ 1x ਲੱਗ ਜਾਣਾ ਸੀ, ਬਰਾਬਰ ਹੋਣਾ ਸੀ 360 ਜੀ। ਹੁਣ ਇਹ ਵਾਲਾ x ਇਸੇ ਤਰ੍ਹਾਂ ਹੀ ਰਹਿ ਜਾਣਾ ਸੀ, ਇਹ ਇੱਧਰ ਗੁਣਾ ਹੈ, ਤੁਹਾਨੂੰ ਪਤਾ 24 ਨਾਲ x ਦੀ ਗੁਣਾ ਹੈ। ਤਾਂ ਇਹ ਜਦੋਂ ਗੁਣਾ ਇੱਧਰ ਹੁੰਦੀ ਹੈ ਬਰਾਬਰ, ਤੇ ਉੱਧਰ ਜਾ ਕੇ ਹੋ ਜਾਂਦੀ ਹੈ ਭਾਗ ਹੀ, ਡਿਵਾਈਡ ਹੋ ਜਾਂਦੀ ਹੈ, ਮਲਟੀਪਲਾਈ ਹੁੰਦੀ ਹੈ, ਡਿਵਾਈਡ ਹੋ ਜਾਂਦੀ ਹੈ ਬਰਾਬਰ ਦੇ ਪਰਲੇ ਪਾਸੇ ਜਾ ਕੇ। ਤਾਂ ਇਸ ਨੂੰ ਆਪਾਂ ਡਿਵਾਈਡ ਕਰਦੇ ਹਾਂ, ਤਾਂ 24 ਏਕਮ 24 ਤੇ ਕੱਟਿਆ ਗਿਆ ਇਹ ਤਾਂ 1 ਆ ਗਿਆ। ਫਿਰ ਇੱਧਰੋਂ ਆਪਣੇ ਕੋਲ ਬਚਿਆ ਕਿੰਨਾ 12 ਬਚ ਗਿਆ, ਔਰ 0 ਨਾਲ 120 ਬਚ ਗਿਆ। 24 5 120 ਹੁੰਦਾ 15 ਡਿਗਰੀ ਆਪਣੇ ਕੋਲ ਆਨਸਰ ਆ ਗਿਆ। ਤੁਹਾਨੂੰ ਭਾਗ ਵੀ ਕਰਕੇ ਦਿਖਾ ਦਿੰਦਾ। ਵੈਸੇ ਇੰਨਾ ਕੁ ਤੁਸੀਂ ਜਲਦੀ ਕਰਿਆ ਕਰੋ, ਬੈਂਕਿੰਗ ਬੁੰਕਿੰਗ ਵਿੱਚ ਜਲਦੀ ਹੁੰਦਾ, ਵੈਸੇ ਪੀਰੀਅਡ 'ਚ ਤੁਸੀਂ ਟਾਈਮ ਲੈ ਸਕਦੇ ਹੋ। 24 ਏਕਮ 24, ਬਾਕੀ ਕੀ ਬਚਿਆ 12 ਔਰ 0 ਆ ਗਈ, 24 5 120। ਤਾਂ ਆਪਣੇ ਕੋਲ ਕਿੰਨਾ ਆ ਗਿਆ 15 ਜੋ ਹੈ ਆਨਸਰ ਆ ਗਿਆ ਜੀ। ਤੇ ਇਸ ਨਾਲ ਹੀ ਇਹ ਸਵਾਲ ਇੱਥੇ ਹੀ ਖਤਮ ਕਰਦੇ ਹਾਂ। ਚੈਪਟਰ ਵੀ ਆਪਣਾ ਇੱਥੇ ਖਤਮ ਹੋ ਗਿਆ ਇਹ। ਤੇ ਇਸ ਤੋਂ ਬਾਅਦ ਹੁਣ ਆਪਾਂ ਅਗਲਾ ਚੈਪਟਰ ਕਰਾਂਗੇ ਜੀ। ਅਗਲੇ ਚੈਪਟਰ ਵਿੱਚ ਕੀ ਕਰਨਾ ਉਸ ਬਾਰੇ ਥੋੜ੍ਹਾ ਜਿਹਾ ਕਰ ਲੈਂਦੇ ਹਾਂ। ਤਾਂ ਅਗਲਾ ਚੈਪਟਰ ਆਪਾਂ ਕਰਾਂਗੇ ਸੰਖਿਆਵਾਂ ਵਾਲਾ ਕਰਾਂਗੇ ਜੀ, ਨੰਬਰਸ ਵਾਲਾ ਕਰਾਂਗੇ ਅਗਲਾ ਚੈਪਟਰ। ਅਗਲਾ ਚੈਪਟਰ ਆਪਣਾ ਹੋਵੇਗਾ ਸੰਖਿਆਵਾਂ ਵਾਲਾ, ਨੰਬਰਸ ਵਾਲਾ। ਨੰਬਰਸ ਸੰਖਿਆਵਾਂ ਵਾਲਾ ਚੈਪਟਰ ਹੋਵੇਗਾ। ਪੂਰਾ ਮੈਥ ਕਰ ਦੇਵਾਂਗੇ ਆਪਾਂ ਕਵਰ ਹੀ, PSTET ਦਾ ਟੈਨਸ਼ਨ ਨਹੀਂ ਲੈਣੀ ਤੁਸੀਂ, ਬਸ ਰਿਵਾਈਜ਼ ਜ਼ਰੂਰ ਕਰ ਲੈਣਾ। ਨੋਟਸ ਤਿਆਰ ਕਰਨੇ ਹਨ ਤਾਂ ਕਰ ਲੈਣੇ ਹਨ ਇਹ ਨੋਟਸ, ਜੋ ਤੁਹਾਨੂੰ ਅੱਗੇ ਕੰਮ ਆ ਜਾਣ। ਅਗਰ ਨਹੀਂ ਵੀ ਤਿਆਰ ਕਰਨੇ ਹਨ ਤਾਂ ਮੈਂ ਤੁਹਾਡੇ ਲਈ ਨੋਟਸ ਤਿਆਰ ਕਰ ਦੇਵਾਂਗਾ। ਜਿਨ੍ਹਾਂ ਨੂੰ ਨੋਟਸ ਚਾਹੀਦੇ ਹਨ ਜਾਂ ਤੁਸੀਂ ਚਾਹੁੰਦੇ ਹੋ ਕਿ ਨੋਟਸ ਮੈਂ ਤਿਆਰ ਕਰ ਦੇਵਾਂ ਤਾਂ ਮੈਨੂੰ ਕਮੈਂਟ ਜ਼ਰੂਰ ਕਰ ਦਿਓ। ਨਹੀਂ ਤਾਂ ਮੈਂ ਵੀ ਨੋਟਸ ਹਜੇ ਕੋਈ ਤਿਆਰ ਨਹੀਂ ਕੀਤੇ, ਨਾ ਹੀ ਕਰ ਰਿਹਾ ਹਜੇ ਜੀ। ਤਾਂ ਬਸ ਇੰਨੀ ਆਪਣੀ ਇੱਥੇ ਅੱਜ ਕਲਾਸ ਖਤਮ ਕਰਦੇ ਹਾਂ। ਅਗਲੇ ਚੈਪਟਰ 'ਚ ਆਪਾਂ ਕਰਾਂਗੇ ਨੰਬਰਸ, ਸੰਖਿਆਵਾਂ। ਥੈਂਕ ਯੂ ਜੀ, ਥੈਂਕਸ ਫॉर ਵਾਚਿੰਗ।